हाँ जी, रिकॉर्डिंग ਦਾ ਇੱਕ ਮਸਲਾ, ਪਰ ਕਈ ਵਾਰ ਮੂੰਹ ਚੋਂ ਗਾਲ ਗੂਲ ਨਿਕਲ ਜਾਂਦੀ ਤਾਂ ਫਿਰ ਉਹ ਔਖਾ ਕੰਮ। ਕੋਈ ਗੱਲ ਨਹੀਂ, ਮਤਲਬ ਇਹ ਹੈ ਕਿ ਫਿਲਮਾਂ 'ਚ ਨਹੀਂ ਗਾਲਾਂ ਹੁੰਦੀਆਂ। ਡਾਕਟਰ ਸਾਹਿਬ ਤੁਹਾਡੀ ਗੱਲ ਵੱਡੀ ਹੋ ਰਹੀ ਹੈ ਜੀ। ਉਹ ਮੈਂ ਕੁਛ ਛੋਟੇ ਛੋਟੇ ਜਿਹੜੇ ਨੇ ਨਾ ਚੜ੍ਹਦੇ ਪੰਜਾਬ ਦੇ ਪੰਜਾਬੀ ਦੇ ਡਰਾਮੇ ਵੇਖਦਾ, ਤੇ ਮੈਂ ਪੰਜਾਬੀ ਸਿੱਖਣ ਲਈ ਵੇਖਦਾ ਜੀ। ਉਹਦੇ ਚ ਮੈਨੂੰ ਹਾਸਾ ਵੀ ਆਉਂਦਾ ਕਿ ਉਹ ਜਿਸਲੇ ਘਰ ਵਾਲੀ ਤੇ ਗੁੱਸੇ ਚ ਆਉਂਦੇ ਨਾ ਸਾਲੇ ਦੀ ਇਹ ਅੱਖਰ ਜਿਹੜਾ ਨਾ ਇੰਜ ਵਰਤ ਵਰਤ ਕੇ ਉਹਨੇ ਤਬਾਹ ਕਰ ਦਿੱਤਾ ਹੈ ਸ਼ੰਕਰ ਨੂੰ। ਉਹਨੂੰ ਆਪਣੀ ਮੰਨਣ ਲਈ ਤਿਆਰ ਹੀ ਨਹੀਂ ਸਾਲੇ ਦੀ। ਤੁਸੀਂ ਬਾਲੀਵੁੱਡ ਦੀਆਂ ਕਈ ਫਿਲਮਾਂ ਐਸੀਆਂ ਨੇ ਜਿਨ੍ਹਾਂ ਵਿੱਚ ਗਾਲਾਂ ਬਹੁਤੀਆਂ ਨੇ ਤੇ ਡਾਇਲਾਗ ਘੱਟ ਨੇ। ਡਾਇਲਾਗ ਘੱਟ ਅਗਰ ਉਹ ਤੇ ਸਾਨੂੰ ਸਮਝ ਹੀ ਨਹੀਂ ਏਡੀਆਂ ਆਉਂਦੀਆਂ ਨਾ। ਅੱਛਾ ਜੀ, ਜਿਹੜੀ ਅੱਜ ਗੱਲ ਤੇ ਅਸੀਂ ਕਿਤੇ ਕਰਾਂਗੇ, ਪਤਾ ਨਹੀਂ ਕੀ ਕਰਾਂਗੇ, ਲੇਕਿਨ ਮੈਂ ਜਸਪਾਲ ਹੋਰਾਂ ਨੂੰ ਕਿਹਾ ਸੀਗਾ ਕਿ ਇਹ ਜਿਹੜੇ 2 ਬਿਲੀਅਨਰ ਜਿਹੜੇ ਨੇ ਇਹ ਖਲਾ ਵਿੱਚ ਗਏ ਨੇ ਜੀ, ਤੇ ਇਸ ਸਵਾਲ ਨੂੰ ਜਿਹੜਾ ਅਸੀਂ ਮੋਰਲ ਨਾ ਲਈਏ, ਬਿਲਕੁਲ ਬਿਲਕੁਲ ਮੋਰਲ ਨੂੰ ਛੱਡੋ ਤੁਸੀਂ, ਲੇਕਿਨ ਟੈਕਨੋਲੋਜੀਕਲੀ ਸਪੀਕਿੰਗ ਇਹਦੇ ਨਾਲ ਕੀ ਮਤਲਬ ਅੱਗੇ ਦੀ ਗੱਲ ਹੋਈ ਹੈ, ਕੀ ਪ੍ਰੋਗਰੈਸ ਹੋਈ ਹੈ ਸਾਡੇ ਨੌਲੇਜ ਦੇ ਵਿੱਚ ਔਰ ਸਾਡੇ ਨੇਚਰ ਦੇ ਨਾਲ ਤਲਕ ਦੇ ਵਿੱਚ। ਮਿਸਾਲ ਦੇ ਤੌਰ ਤੇ ਮੈਨੂੰ ਇੱਕ ਤੇ ਗੱਲ ਇਹ ਸਮਝ ਆਉਂਦੀ ਹੈ ਕਿ ਬਈ ਇਹ ਗੱਲ ਸਾਬਤ, ਪਹਿਲੇ ਜਿਹੜੀ ਟੈਕਨੀਕਲੀ ਸਪੀਕਿੰਗ, ਪਹਿਲੇ ਜਿਹੜਾ ਰਾਕਟ ਜਾਂਦਾ ਸੀ ਤੇ ਉਹ ਥੱਲੇ ਆ ਕੇ ਤੇ ਉਹ ਲੱਥਦਾ ਸੀ ਤੇ ਉਹ ਤਬਾਹ ਹੋ ਜਾਂਦਾ ਸੀ। ਤੇ ਇਹ ਗਾਲਬਨ ਪਹਿਲੀ ਵਾਰੀ ਹੋ ਰਿਹਾ ਹੈ ਕਿ ਰਾਕਟ ਜਿਹੜਾ ਹੈ ਉਹ ਜਾਂਦਾ ਹੈ ਤੇ ਉਹ ਐਨ ਉਸੇ ਤਰ੍ਹਾਂ ਆ ਜਾਂਦਾ ਹੈ ਤੇ ਰੀਯੂਜ਼ੇਬਲ ਹੋ ਸਕਦਾ ਹੈ। ਹਾਂਜੀ ਹਾਂਜੀ, ਇੱਕ ਤਾਂ ਮੈਨੂੰ ਇਹ ਗੱਲ ਅੱਛੀ ਲੱਗੀ। ਦੂਸਰੀ ਮੈਨੂੰ ਗੱਲ ਜਿਹੜੀ ਜਿਹਨੇ ਇੰਟਰੀਗ ਕੀਤਾ ਉਹ ਇਹ ਸੀਗੀ ਕਿ ਜਿਹੜੀ ਉਹਨੇ ਬੇਜ਼ੋਸ ਨੇ ਕਹੀ ਹੈ ਕਿ ਫਿਊਚਰ ਦੇ ਵਿੱਚ ਇਹ ਜਿਹੜੀ এনवायरमेंट ਦੀ ਜਿਹੜੀ ਤਬਾਹੀ ਹੋ ਰਹੀ ਹੈ ਜ਼ਮੀਨ 'ਚ, ਇਹਦੇ ਤੋਂ ਬਚਣ ਲਈ ਜਿਹੜੀ ਸਪੇਸ ਹੈ ਉਹਦੇ ਵਿੱਚ ਪ੍ਰੋਡਕਸ਼ਨ ਫੈਕਟਰੀਆਂ ਲਾਈਆਂ ਜਾਣ ਤਾਂ ਕਿ ਜ਼ਮੀਨ ਦੇ ਉੱਤੇ এনवायरमेंट ਖਰਾਬ ਨਾ ਹੋਵੇ। ਮਤਲਬ ਇਹ ਹੈ ਕਿ ਇਹ ਇੱਕ ਆਈਡੀਆ ਉਹਦਾ ਹੈ। ਇਹ ਕਿੰਨਾ ਠੀਕ ਹੈ ਕਿੰਨਾ ਗਲਤ ਹੈ ਇਹ ਮੈਨੂੰ ਨਹੀਂ ਪਤਾ। ਚਲੋ ਇੱਥੋਂ ਗੱਲ ਸ਼ੁਰੂ ਕਰ ਲੈਂਦੇ ਹਾਂ। ਇਹਦਾ ਆਈਡੀਆ ਐਕਚੁਅਲੀ ਹਾਈ ਸਕੂਲ ਦਾ ਵੀ ਹੈ ਦੇ ਵਕਤ ਦਾ ਹੈਗਾ। ਇਹਨੇ ਜਿਹੜੀ ਹਾਈ ਸਕੂਲ 'ਚ ਆਪਣੀ ਵੈਲੀਡਿਕਟਰੀ ਸਪੀਚ ਦਿੱਤੀ ਸੀ ਨਾ, ਉਸ 'ਚ ਇਹਨੇ ਆਈਡੀਆ ਪ੍ਰਪੋਜ਼ ਕੀਤਾ ਸੀ। ਤੇ ਇਹਦਾ ਇੱਕ ਟੀਚਰ ਸੀਗਾ ਹਾਈ ਸਕੂਲ 'ਚ, ਅੱਛਾ, ਉਹਦਾ ਨਾਮ ਮੈਂ ਭੁੱਲ ਗਿਆ, ਸਪੈਂਸਰ ਖਬਨੀ ਹੋ। ਤੇ ਉਹ ਕਾਫੀ ਇਹੋ ਜਿਹੀਆਂ ਗੱਲਾਂ ਕਰਦਾ ਹੁੰਦਾ ਸੀ। ਅੱਛਾ, ਉਹਦਾ ਇਹ ਤੇ ਕਾਫੀ ਇਨਫਲੂਐਂਸ ਸੀਗਾ ਤੇ ਹੈਗਾ। ਉਹਦੀ ਵੀ ਇਹੀ ਸੋਚ ਸੀਗੀ। ਹਾਂਜੀ ਹਾਂਜੀ ਹਾਂ। ਤੇ ਇਹ ਮਤਲਬ ਐਸੀਮੋਵ ਦੇ ਤਾਂ ਜਿਹੜੇ ਸਾਇੰਸ ਫਿਕਸ਼ਨ ਹੈਗੇ, ਹੋਰ ਕਈ ਸਾਇੰਸ ਫਿਕਸ਼ਨ ਹੈ, ਉਹਨਾਂ 'ਚ ਤੇ ਬਹੁਤ ਲਿਖਿਆ ਗਿਆ ਨਾ ਇਹਦੇ ਬਾਰੇ। ਨਹੀਂ ਦੇਖੋ, ਮਤਲਬ ਇਹ ਹੈ ਕਿ ਜਿਹੜਾ ਬੇਜ਼ੋਸ ਹੈ, ਇੱਕ ਤੇ ਉਹਦੀ ਜਿਹੜੀ ਉਹਨੇ ਸਾਬਤ ਆਪਣੇ ਕੈਰੀਅਰ 'ਚ ਕੀਤੀ ਹੈ ਕਿ ਉਹਨੇ ਸਾਰਾ ਜਿਹੜਾ ਟਰਾਂਸਪੋਰਟੇਸ਼ਨ ਦਾ ਔਰ ਡਿਲੀਵਰੀ ਦਾ ਸਿਸਟਮ ਆਲਰੇਡੀ ਮੌਜੂਦ ਸੀਗਾ ਜੀ। ਤੁਸੀਂ ਦੇਖੋ ਤੇ ਇਹਨਾਂ ਨੇ ਐਮਾਜ਼ੋਨ ਨੇ ਕੋਈ ਆਪਣੇ ਵੱਲੋਂ ਕੋਈ ਡਿਲੀਵਰੀ ਦਾ ਨਵਾਂ ਸਿਸਟਮ ਨਹੀਂ ਬਣਾਇਆ, ਕੁਝ ਨਹੀਂ ਬਣਾਇਆ ਜੀ। ਐਮਾਜ਼ੋਨ ਤੋਂ ਪਹਿਲੇ ਦੇ ਜਿਹੜੇ ਵਹੀਕਲ ਸਨ ਸਾਰੇ, ਯਾਨੀ ਡਾਕਖਾਨਾ ਤੇ UPS ਤੇ ਫਲਾਣਾ ਤੇ ਟਮਕਾਣਾ, ਉਹ ਉਹਨਾਂ ਨੇ ਯੂਜ਼ ਕੀਤੇ ਨੇ। ਤੇ ਲੇਕਿਨ ਉਹਨਾਂ ਨੂੰ ਆਰਗੇਨਾਈਜ਼ ਐਵੇਂ ਕੀਤਾ ਹੈ, ਐਗਰੀਗੇਟ ਕੀਤਾ ਜਿੱਕੂ ਊਬਰ ਨੇ ਕੀਤਾ। ਹਾਂ, ਮਤਲਬ ਇਹ ਹੈ ਕਿ ਉਹਨਾਂ ਨੇ ਆਰਗੇਨਾਈਜ਼ ਐਵੇਂ ਕੀਤਾ ਕਿ ਉਹ ਸਾਰਿਆਂ ਦੀ ਮਿਲ ਕੇ ਇੱਕ ਹੋਰ ਉਹਦੀ ਟ੍ਰਾਂਸੈਂਡੈਂਟਲ ਸ਼ਕਲ ਬਣ ਗਈ ਜੀ। ਇਸੇ ਤਰ੍ਹਾਂ ਉਹ ਜਦੋਂ ਕਹਿੰਦਾ ਹੈ ਕਿ ਜੀ ਜਿਹੜੇ ਸਟਰਕਚਰਸ ਆਲਰੇਡੀ ਮੌਜੂਦ ਨੇ ਸਾਇੰਸ ਦੇ ਫੀਲਡਸ ਵਿੱਚ,
ਅਗਰ ਉਹਨਾਂ ਨੂੰ ਉਹ ਕਹਿੰਦਾ ਕਿ ਕੋਆਰਡੀਨੇਟ ਕਰ ਲਿੱਤਾ ਜਾਏ ਤੇ ਇਹ ਇੱਕ ਐਮਾਜ਼ੋਨ ਦੀ ਤਰ੍ਹਾਂ ਦਾ ਤਜਰਬਾ ਹੋ ਸਕਦਾ ਹੈ। ਕਿਉਂ ਜੀ ਆਵਲ ਜੀ ਕੀ ਕਹਿੰਦੇ ਹੋ? ਹਾਂਜੀ, ਤੁਸੀਂ ਸਾਰੇ ਸਹੀ ਗੱਲਾਂ ਕਰ ਰਹੇ ਹੋ। ਉਹ ਅਸਲ ਵਿੱਚ ਵੇਖੋ ਨਾ, ਇਹ ਬੜੀ ਪ੍ਰਿਮਿਟਿਵ ਸਟੇਜ ਹੈ ਸਾਡੀ ਸਪੇਸ ਐਕਸਪਲੋਰੇਸ਼ਨ ਦੀ। ਇਹਦੇ ਵਿੱਚ ਸਭ ਤੋਂ ਜਿਹੜਾ ਸਾਡੇ ਲਈ ਮੁਸ਼ਕਿਲ ਜਿਹੜੀ ਚੀਜ਼ ਹੈ ਉਹ ਹੈ ਕਿ ਕਾਸਟ ਬਹੁਤ ਜ਼ਿਆਦਾ ਹੈ ਇਹਦੀ, ਤੇ ਟੈਕਨੋਲੋਜੀ ਚੈਲੰਜਸ ਵੀ ਬਹੁਤ ਹਨ। ਤੇ ਉਹ ਜਿਹੜੀ ਗੱਲਾਂ ਤੁਸੀਂ ਕਰ ਰਹੇ ਹੋ ਨਾ, ਉਹ ਉਹਨਾਂ ਨੇ ਪਹਿਲੀ ਚੀਜ਼ ਇਹਦੀ ਲੀਡ ਲਿੱਤੀ ਸੀ ਇਲਨ ਮਸਕ ਨੇ। ਉਹਨੇ ਕਿਹਾ ਸੀ ਕਿ ਯਾਰ ਇਹ 400 ਮਿਲੀਅਨ ਦੀ ਇੱਕ ਉਹ ਰਾਕਟ ਦੇ ਉਹ ਲੈਂਦੇ ਪੈਸੇ, ਰੂਸੀ ਵੀ ਲੈਂਦੇ ਸਾਰੇ, ਬੋਇੰਗ ਵੀ ਲੈਂਦਾ ਹੈ, ਤੇ 400 ਮਿਲੀਅਨ ਦਾ ਇੱਕ ਰਾਕਟ ਭੇਜਣਾ ਬਹੁਤ ਮਹਿੰਗਾ ਹੈ। ਤੇ ਫਿਰ ਉਹਨੇ ਉਹਦਾ ਕਾਸਟ ਸਟਰਕਚਰ ਜਿਹੜਾ ਬ੍ਰੇਕ ਡਾਊਨ ਕੀਤਾ ਹੈ, ਤੇ ਉਹਦੇ ਬਾਅਦ ਉਹਨੇ ਕਿਹਾ ਹੈ ਕਿ ਵੀ ਇੱਕ ਉਹਦੀ ਜਿਹੜੀ ਸਟੈਪ ਹੈ ਉਹ ਤੁਸੀਂ ਲੈ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਇੰਪਰੂਵ ਕਰੋ, ਤੇ ਉਹਦਾ ਇੱਕ ਰਿਜ਼ਲਟ ਇਹ ਹੈ ਕਿ ਇਹ ਰੀਯੂਜ਼ੇਬਲ ਫਰਸਟ ਸਟੇਜ ਹੋ ਗਈ ਹੈ। ਹਾਂ, ਇਹ ਮੈਂ ਪੜਿਆ ਜੀ। ਹਾਂਜੀ, ਤੇ ਹੁਣ ਉਹਨੇ ਮਤਲਬ ਜਿਹੜੀ ਰਸ਼ੀਅਨ ਸਪੇਸ ਏਜੰਸੀ ਨੂੰ ਆਊਟ ਆਫ ਬਿਜ਼ਨਸ ਕਰਤਾ ਸੀ, ਬੋਇੰਗ ਨੂੰ ਵੀ, ਕਿਉਂਕਿ ਇਹ ਜਿਹੜਾ ਰੀਯੂਜ਼ੇਬਲ ਕਰਦਾ ਨਾ, ਮਤਲਬ 15-20 ਵਾਰ ਉਹ ਫਰਸਟ ਸਟੇਜ ਰੀਯੂਜ਼ ਹੁੰਦਾ ਹੈ, ਤੇ ਉਹਨੇ ਉਹਦੀ ਕੀਮਤ ਲਾ ਕੇ 90 ਮਿਲੀਅਨ ਕਰਤੀ ਸੀ ਲਾਂਚ ਦੀ। ਤੇ ਉਹ ਕਹਿੰਦਾ ਇਹ ਵੀ ਬਹੁਤ ਜ਼ਿਆਦਾ ਹੈ, ਇਹ ਤੇ ਲਾਂਚ ਦੀ ਕੀਮਤ ਹੋਣਾ ਚਾਹੀਏ 10,000, ਮਤਲਬ 10 ਮਿਲੀਅਨ ਜ਼ਿਆਦਾ ਤੋਂ ਜ਼ਿਆਦਾ। ਤੇ ਉਹ ਮਤਲਬ ਇਹ ਜਿਹੜੀ ਡਾਇਰੈਕਸ਼ਨ ਜਾ ਰਹੀ ਹੈ, ਕਿਉਂਕਿ ਉਹਨੇ ਕਿਹਾ ਕਿ ਉਹਦੀ ਜਿਹੜੀ ਪੇਲੋਡ ਕੈਪੈਸਿਟੀ ਵੀ ਜਿਹੜੀ ਹੈ ਨਾ ਉਹ ਬਹੁਤ ਛੋਟੀ ਹੈ। ਤੇ ਤੁਸੀਂ ਕੋਈ ਸਪੇਸ ਵਿੱਚ ਕੋਈ ਕਾਲੋਨੀ ਐਸਟੈਬਲਿਸ਼ ਕਰਨੀ ਹੈ ਤੇ ਤੁਹਾਨੂੰ 10,000 ਵਾਰੀ ਸਪੇਸ ਜਾਣਾ ਹੋਏਗਾ, ਤੇ ਉਹ ਤੇ ਫਿਰ ਇੰਪੋਸੀਬਲ ਹੋ ਜਾਂਦਾ ਅਗਰ ਇੰਨੀ ਮਹਿੰਗੀ ਉਹਦੀ ਹੋਏ ਕਾਸਟ। ਫਿਰ ਟਰਾਂਸਪੋਰਟ। ਲੇਕਿਨ ਆਵਲ ਜੀ, ਜਿਹੜਾ ਇਹ ਤੇ ਗੱਲ ਤੁਸੀਂ ਕਹਿ ਰਹੇ ਹੋ ਨਾ, ਲੇਕਿਨ ਜਿਹੜਾ ਟ੍ਰੈਂਡ ਹੈਗਾ, ਜਨਰਲ ਟ੍ਰੈਂਡ, ਉਹ ਤੇ ਜਿਵੇਂ ਐਲਨ ਮਸਕ ਨੇ ਕੀਤਾ ਹੈ ਕਿ ਲੈਸਰ ਕਾਸਟ ਵੱਲ ਜਾ ਰਿਹਾ ਹੈ। ਹਾਂਜੀ, ਮਤਲਬ ਇਹ ਹੈ ਕਿ ਹੁਣ ਤੁਸੀਂ ਇਹ ਦੇਖੋ ਕਿ ਅੱਜ ਤੋਂ 100 ਸਾਲ ਪਹਿਲੇ ਪਾਕਿਸਤਾਨ, ਹਿੰਦੁਸਤਾਨ ਚ ਕਿੰਨੀਆਂ ਕਾਰਾਂ ਸਨ ਤੇ ਹੁਣ ਕਿੰਨੀਆਂ ਕਾਰਾਂ ਨੇ। ਮਤਲਬ ਇਹ ਹੈ ਕਿ ਇਹ ਤੇ ਹਰ ਇੱਕ ਨਵੀਂ ਟੈਕਨੋਲੋਜੀ ਦੇ ਨਾਲ ਮੇਰੇ ਖਿਆਲ ਇਹੋ ਹੀ ਹੁੰਦਾ ਹੈ। ਜੀ। ਸ਼ੁਰੂ ਦੇ ਵਿੱਚ ਉਹਦੀ ਕਾਸਟ ਇੰਨੀ ਹੁੰਦੀ ਹੈ ਕਿ ਉਹ ਸਿਰਫ ਅਮੀਰ ਬੰਦੇ ਬਰਦਾਸ਼ਤ ਕਰ ਸਕਦੇ ਨੇ, ਫਿਰ ਉਹ ਹੌਲੀ ਹੌਲੀ ਉਹ ਆਮ ਬੰਦੇ ਤਾਈਂ ਪਹੁੰਚਦੀ ਹੈ। ਟੈਲੀਫੋਨ ਵੀ ਇਦਾਂ ਹੀ ਸੀ ਨਾ, ਦੇਖ ਲਓ ਤੁਸੀਂ। ਬਿਲਕੁਲ। ਤੇ ਜਦੋਂ ਮੈਂ ਇਸ ਕੰਟਰੀ ਚ ਆਇਆ 71 ਚ, ਉਦੋਂ ਕਈ ਇਲਾਕਿਆਂ ਚ ਤਾਂ ਲੋਕਾਂ ਦੇ ਇੰਡੀਪੈਂਡੈਂਟ ਲਾਈਨਸ ਨਹੀਂ ਹੁੰਦੀਆਂ ਸੀ, ਪਾਰਟੀ ਲਾਈਨਸ ਹੁੰਦੀਆਂ ਸੀ। ਇੰਡੀਪੈਂਡੈਂਟ ਲਾਈਨ ਤਾਂ ਬਹੁਤ ਵੱਡੀ ਗੱਲ ਸਮਝੀ ਜਾਂਦੀ ਸੀ। ਬਿਲਕੁਲ। ਇੰਗਲੈਂਡ ਤਾਂ ਫੋਨ ਹੀ ਨਹੀਂ ਹੁੰਦੇ ਸੀ ਕਿਸੇ ਕੋਲੇ, ਉਹ ਕੋਇਨ ਬਾਕਸ ਜਾ ਕੇ ਵਰਤਦੇ ਹੁੰਦੇ ਸੀ। ਇੱਥੇ ਮੈਂ ਵੀ ਜਦੋਂ 78 ਚ ਆਇਆ ਤੇ ਉਦੋਂ ਜੇ ਪਾਕਿਸਤਾਨ ਕਾਲ ਕਰਨੀ ਹੋਵੇ ਤੇ ਉਹ ਤੁਹਾਨੂੰ ਬੁੱਕ ਕਰਵਾਉਣੀ ਪੈਂਦੀ ਸੀ, ਤੇ ਉਹ ਫਿਰ ਪਤਾ ਨਹੀਂ ਦੂਸਰੇ ਦਿਨ ਕੋਈ ਤੁਹਾਡੀ ਵਾਰੀ ਆਈ ਕਿ ਤੀਸਰੇ ਦਿਨ ਆਈ। ਜੀ। ਔਰ ਮਹਿੰਗਾ ਇੰਨਾ ਸੀ ਕਿ ਉਹ 1 ਮਿੰਟ ਦੇ 3 ਤੋਂ 4 ਡਾਲਰ ਲੈਂਦੇ ਸਨ ਉਸ ਵੇਲੇ। ਜੀ। ਤੇ ਹੁਣ ਦੇਖੋ, ਹੁਣ ਤੁਸੀਂ WhatsApp ਦੇ ਉੱਤੇ ਬਿਲਕੁਲ ਮੁਫਤ ਮਿਲ ਰਿਹਾ। ਜੀ। ਤੇ ਮਤਲਬ ਇਹ ਹੈ ਕਿ ਇਹ ਤੇ ਸਾਰੀ ਟੈਕਨੋਲੋਜੀ ਦਾ ਪੈਟਰਨ ਇਹੋ ਹੀ ਹੈ ਕਿ ਸ਼ੁਰੂ ਦੇ ਵਿੱਚ ਉਹ ਜਿਹੜੀ ਹੈ ਉਹ ਬਹੁਤ ਮਹਿੰਗੀ ਹੁੰਦੀ ਹੈ, ਤੇ ਫਿਰ ਹੌਲੀ ਹੌਲੀ ਜਿਹੜੀ ਹੈ ਉਹ ਸਸਤੀ ਹੋ ਜਾਂਦੀ ਹੈ, ਬਲਕਿ ਕਈਆਂ ਸੂਰਤਾਂ ਦੇ ਵਿੱਚ ਮੁਫਤ ਵੀ ਹੋ ਜਾਂਦੀ ਹੈ। ਪਰ ਗੱਲ ਇਹ ਹੈਗੀ ਹੈ ਕਿ ਇਹ ਜਿਹੜੀ ਟੈਕਨੋਲੋਜੀ ਦੀ ਐਡਵਾਂਸਮੈਂਟ ਹੋਈ ਹੈ, ਹਾਂਜੀ ਜੀ, ਆਪਣਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕਿੰਨਾ ਹੱਥ ਹੈ, ਜਾਂ ਕਿਆ ਹੈ ਬੇਸਿਕਲੀ ਹੈ ਹੀ ਇੰਟੈਲੀਜੈਂਸ ਬੇਸਡ? ਇਹਦੇ ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇਖੋ ਨਾ ਜੀ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਟਰਮ ਹੈ ਨਾ, ਉਹਨੂੰ ਅਸੀਂ ਥੋੜਾ ਜਿਹਾ ਇਸ ਡਿਸਕਸ਼ਨ ਲਈ ਡਿਫਾਈਨ ਕਰੀ।
ਇਹ ਜਿਹੜੀ ਪਪੂਲਰ ਯੂਜ਼ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ, ਉਹ ਤੇ ਸਾਡੀ ਕੋਈ ਮਦਦ ਨਹੀਂ ਕਰਦੀ, ਕਿਉਂਕਿ ਉਹ ਤੇ ਬਿਲਕੁਲ ਇੱਕ ਗਿਮਿਕ ਹੁੰਦਾ ਹੈ। ਅਗਰ ਉਹਦੇ ਚ ਮੇਨ ਡਿਫਰੈਂਸ ਹੈ ਕਿ ਜਿਹੜੀ ਪ੍ਰੋਗਰਾਮਿੰਗ ਵਿੱਚ ਫਰਕ ਹੁੰਦਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਰੈਗੂਲਰ ਪ੍ਰੋਗਰਾਮਿੰਗ ਵਿੱਚ, ਉਹ ਇਹ ਹੁੰਦਾ ਹੈ ਕਿ ਰੈਗੂਲਰ ਜਿਹੜੀ ਪ੍ਰੋਗਰਾਮਿੰਗ ਸੀ ਟ੍ਰੈਡੀਸ਼ਨਲ, ਉਹਦੇ ਚ ਤੁਸੀਂ ਕੰਪਿਊਟਰ ਨੂੰ ਸਾਰਾ ਪ੍ਰੋਸੀਜਰ ਦੱਸਦੇ ਹੋ ਕਿ ਕੋਈ ਕੰਮ ਕਿਸ ਤਰ੍ਹਾਂ ਕਰਨਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪ੍ਰੋਗਰਾਮਿੰਗ ਵਿੱਚ ਫਰਕ ਹੈ ਕਿ ਉਹਦੇ ਵਿੱਚ ਤੁਸੀਂ ਕੰਪਿਊਟਰ ਨੂੰ ਬਹੁਤ ਸਾਰਾ ਡੇਟਾ ਦਿੰਦੇ ਹੋ ਤੇ ਫਿਰ ਕੰਪਿਊਟਰ ਨੂੰ ਸਰਚ ਐਲਗੋਰਿਥਮਸ ਦੇ ਕੇ ਕੰਪਿਊਟਰ ਆਪੇ ਹੀ ਲੱਭਦਾ ਹੈ ਉਹਦੇ ਵਿੱਚ ਸੋਲਿਊਸ਼ਨਸ, ਉਹਦੇ ਵਿੱਚ ਪੈਟਰਨਸ, ਤੇ ਉਹ ਕੰਪਿਊਟਰ ਜਿਹੜਾ ਹੈ ਉਹ ਸੋਲਿਊਸ਼ਨ ਦਿੰਦਾ ਹੈ, ਤੁਸੀਂ ਨਹੀਂ ਦਿੰਦੇ ਕੰਪਿਊਟਰ ਨੂੰ। ਇਹ ਪਪੂਲਰਲੀ ਇਹ ਉਹਦਾ ਬੇਸਿਕ ਫਰਕ ਹੈ ਸਟਰਕਚਰ ਵਿੱਚ। ਹੁਣ ਦੇਖੋ ਨਾ, ਇਹ ਹੁਣ ਦੇਖੋ ਨਾ ਦੀ ਇਹ ਜਿਹੜਾ ਆਪਣਾ ਬੇਜ਼ੋਸ ਗਿਆ ਰਾਕਟ ਲੈ ਕੇ, ਇਹ ਤੋਂ ਪਹਿਲੇ ਉਹਨਾਂ ਨੇ 35 ਜਿਹੜੀਆਂ ਫਲਾਈਟਾਂ ਨੇ ਉਸ ਰਾਕਟ ਦੀਆਂ, ਉਹ ਬਗੈਰ ਬੰਦਿਆਂ ਤੋਂ ਟੈਸਟ ਕੀਤੀਆਂ ਨੇ ਜੀ। ਅੱਛਾ, ਹੁਣ ਜਿਹੜੀ ਇਹ ਖੁਦ ਹੀ ਆਰਡਰ ਦੇ ਰਿਹਾ ਹੈ ਕੰਪਿਊਟਰ ਉਹਨੂੰ, ਰਾਕਟ ਨੂੰ, ਕਿ ਹੁਣ ਤੂੰ ਉੱਡਣਾ ਹੈ, ਹੁਣ ਤੂੰ ਇੱਥੇ ਜਾਣਾ ਹੈ, ਹੁਣ ਤੂੰ ਇੱਥੇ ਜਾਣਾ, ਹੁਣ ਤੂੰ ਇੱਥੇ ਆਉਣਾ ਹੈ, ਇਹਦਾ ਸਾਰੀ ਜਿਹੜੀ ਡਾਇਰੈਕਸ਼ਨ ਉਹਨੂੰ ਦੇ ਰਿਹਾ ਹੈ, ਉਹ ਤੇ ਪ੍ਰਾਇਮਰੀਲੀ ਕੰਪਿਊਟਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਥਰੂ ਹੀ ਹੋ ਰਿਹਾ ਨਾ। ਨਹੀਂ, ਇਹ ਉਹਦੇ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇੰਨਾ ਉਹ ਨਹੀਂ ਹੈ ਮਸਲਾ। ਮਤਲਬ ਉਹਦੇ ਕੋਈ ਕੰਪੋਨੈਂਟਸ ਹੋਣਗੇ ਜਿਹਦੇ ਚ ਉਹਨਾਂ ਨੇ ਕੋਈ ਪੈਟਰਨ ਰੈਕਗਨੀਸ਼ਨ ਜਾਂ ਹੋਰ ਕੋਈ ਚੀਜ਼ ਕਰਦੇ ਹੋਣਗੇ, ਉਹਦੇ ਕੋਈ ਕੰਪੋਨੈਂਟਸ, ਪਰ ਜਿਹੜੀ ਆਟੋਮੇਟਿਡ ਫਲਾਈਟ ਜਾਂ ਆਟੋਮੇਟਿਡ ਜਿਹੜਾ ਹੈ ਉਹ ਤੇ ਮਤਲਬ ਹਰ ਹਵਾਈ ਜਹਾਜ਼ ਵਿੱਚ ਹੈ ਤੇ ਹਰ ਰਾਕਟ ਵਿੱਚ ਹੈ। ਫਰਕ ਹੈ ਕਿ ਬੇਜ਼ੋਸ ਨੇ ਉਸ ਤੇ ਇੰਨਾ ਉਹ ਕੀਤਾ ਹੈ ਫੋਕਸ ਕਿ ਜਿਹੜੀ ਲਿਮਿਟਿਡ ਟਾਸਕ ਉਹਨੇ ਸੋਲਵ ਕੀਤੀ ਹੈ, ਉਹਨੇ ਸਪੇਸ ਵਿੱਚ ਨਹੀਂ ਗਿਆ, ਉਹ ਸਪੇਸ ਦੀ ਬਸ ਸ਼ੁਰੂ ਦੀ ਹਦੂਦ ਵਿੱਚ ਗਿਆ। ਉਹਦੇ ਚ ਉਹਨੇ ਸਾਰਾ ਪ੍ਰੋਸੈਸ ਜਿਹੜਾ ਹੈ ਨਾ ਬਿਲਕੁਲ ਆਟੋਮੇਟ ਕਰਦੀ ਹੈ, ਉਹ ਕਰਤਾ ਹੈ ਉਹਨੇ, ਪਰ ਉਹ ਸਪੇਸ ਵਿੱਚ ਨਹੀਂ ਗਿਆ। ਜਿਹੜੇ ਸਪੇਸ ਵਿੱਚ ਜਾਂਦੇ ਨੇ, ਜਿਸ ਤਰ੍ਹਾਂ ਮਸਕ ਤੇ ਰਾਕਟ ਜਾਂਦੇ ਨੇ, ਉੱਥੇ ਫੇਰ ਵੀ ਟ੍ਰੇਨਡ ਐਸਟਰੋਨੌਟ ਚਲਾਉਂਦੇ ਉਹਨਾਂ ਨੂੰ, ਹਾਲਾਂਕਿ ਕੰਪਿਊਟਿੰਗ ਸਪੋਰਟ ਬਹੁਤ ਜ਼ਿਆਦਾ ਹੈ, ਮਤਲਬ ਸਾਰਾ ਹੀ ਕੁਝ ਆਟੋਮੇਟਿਡ ਹੁੰਦਾ ਹੈ, ਪਰ ਜਿਹੜਾ ਮੈਨੂਅਲੀ ਅਗਰ ਕੁਝ ਕੰਟਰੋਲ ਕਰਨਾ ਹੋਏ ਤੇ ਉਹ ਐਸਟਰੋਨੌਟ ਆਪਣੇ ਹੱਥਾਂ ਵਿੱਚ ਲੈ ਸਕਦਾ ਹੈ ਕੰਮ, ਕਿ ਅਗਰ ਕੋਈ ਐਸੀ ਅਨੋਮਲੀ ਹੋ ਜਾਏ ਉੱਥੇ। ਆਹੋ, ਉਹ ਓਵਰਰਾਈਡ ਉਹਨਾਂ ਕੋਲੇ ਹੁੰਦਾ, ਜਿੱਕੂ ਪੈਸੇਂਜਰ ਪਲੇਨ ਚ ਵੀ ਹੁੰਦਾ, ਆਟੋਮੈਟਿਕਲੀ ਸਭ ਚੱਲਦਾ, ਪਰ ਪਾਇਲਟ ਕੋਲੇ ਓਵਰਰਾਈਡ ਹੁੰਦਾ। ਜੀ ਤੇ ਉਹ ਐਸਾ ਹੀ ਹੈ ਕਿ ਉਹ ਜਿਹੜਾ ਸਪੇਸ ਵਿੱਚ ਜਾਂਦਾ ਨਾ, ਉਹ ਕਾਫੀ ਜਿਹੜਾ ਬੇਜ਼ੋਸ ਨੇ ਜਿਹੜੀ ਫਲਾਈਟ ਕੀਤੀ ਹੈ ਉਹਦੇ ਚ ਉਹ ਇੱਕ ਸਿੰਪਲਰ ਵਰਜ਼ਨ ਹੈ, ਸਪੇਸ ਜਾ ਕੇ ਬਹੁਤ ਕੰਪਲਿਕੇਟਡ ਹੋ ਜਾਂਦਾ ਹੈ, ਤੇ ਉਹਨੇ ਫਿਲਹਾਲ ਇਹ ਜਿਹੜਾ ਹਿੱਸਾ ਹੈ ਉਹ ਕਵਰ ਕੀਤਾ ਹੈ ਤੇ ਉਹਦੇ ਚ ਟੋਟਲੀ ਆਟੋਮੇਟ ਕਰਤਾ ਹੈ। ਟੈਕਨੋਲੋਜੀ ਵਿੱਚ ਕੌਨਫੀਡੈਂਸ ਇੰਨਾ ਹੋ ਗਿਆ ਹੈ ਕਿ ਉਹਨੇ ਕਿਹਾ ਹੈ ਕਿ ਯਾਰ ਇਹ ਬਿਹਤਰ ਹੈ ਕਿ ਤੁਸੀਂ ਅਗਰ ਕਾਸਟ ਘਟਾਣੀ ਹੈ ਤੇ ਕੋਈ ਆਮ ਆਦਮੀ ਜਾ ਸਕਦਾ ਹੈ ਇਹਨੂੰ ਫੁੱਲੀ ਆਟੋਮੇਟ ਕਰਕੇ। ਅੱਛਾ, ਇਹਦਾ ਹੁਣ ਜਿਹੜਾ ਹੈ, ਇਹ ਜਿਹੜੀ ਹੋਈ ਹੈ, ਇਹਦੀਆਂ ਹੋਰ ਟੈਕਨੋਲੋਜੀਕਲ ਇੰਪਲੀਕੇਸ਼ਨਸ ਸੋਸਾਇਟੀ ਦੇ ਵਿੱਚ ਕੀ ਨੇ? ਸਰ ਦੇਖੋ ਨਾ, ਇਹ ਤੇ ਅਸੀਂ ਦੇਖ ਰਹੇ ਹਾਂ ਨਾ ਕਿ ਇੱਕ ਇਸ ਸਪੇਸ ਟਰੈਵਲਿੰਗ ਦੀ ਟੈਕਨੋਲੋਜੀ ਹੈ, ਉਹਦੇ ਉੱਤੇ ਪ੍ਰੋਗਰੈਸ ਹੋਈ ਹੈ, ਠੀਕ ਹੈ ਜੀ, ਉਹ ਤਾਂ ਅਸੀਂ ਸੈਪਰੇਟ ਕਰਕੇ ਦੇਖ ਰਹੇ ਹਾਂ ਕੀ ਹੋਇਆ। ਹੁਣ ਸਵਾਲ ਇਹ ਹੈ ਕਿ ਇਹ ਜਿਹੜੀ ਟੈਕਨੋਲੋਜੀ ਹੈ, ਇੱਕ ਤੇ ਹੈ ਕਿ ਇਹ ਬਣੀ ਵੀ ਕਈਆਂ ਐਲੀਮੈਂਟਸ ਤੋਂ ਹੋਏਗੀ, ਔਰ ਹੈ ਕਿ ਇਨ ਰਿਟਰਨ ਇਹ ਬਹੁਤ ਸਾਰੇ ਐਲੀਮੈਂਟਸ ਨੂੰ ਇਫੈਕਟ ਵੀ ਕਰੇਗੀ, ਯਾਨੀ ਬਾਕੀ ਇੰਡਸਟਰੀਜ਼ ਵਿੱਚ ਜਿਹੜੀਆਂ ਕਿ ਬਾਜ਼ਾਰ ਸਾਨੂੰ ਜੁੜੀਆਂ ਨਹੀਂ ਲੱਗਦੀਆਂ। ਮੇਰਾ ਇਹ ਸਵਾਲ ਹੈ ਕਿ ਇਹਦਾ ਓਵਰਆਲ ਯਾਨੀ ਮਤਲਬ ਕੀ ਕਹਿਣਾ ਚਾਹੀਦਾ,
some of technology of this universe that we know of, ਉਹਦੇ ਵਿੱਚ ਕੀ ਫਰਕ ਪਿਆ ਹੈ? ਸਰ ਉਹਦੀ ਜਿਹੜੀ ਟੈਕਨੋਲੋਜੀ ਦੇ ਐਲੀਮੈਂਟਸ ਹੈ ਨਾ, ਮਤਲਬ ਜਿਹੜੇ ਅਗਰ ਤੁਸੀਂ ਇਹਦਾ ਇੱਕ ਸਿਕੁਐਂਸ਼ਲੀ ਵੇਖੋ ਪ੍ਰੋਗਰੈਸ਼ਨ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਤੇ ਟਾਸਕ ਜਿਹੜੇ ਸਪੇਸ ਦੇ ਟਾਸਕ ਹੈ ਨਾ, ਉਹ ਤੇ ਨਾਸਾ ਦੇ ਜਿਹੜੇ ਇਨੀਸ਼ੀਅਲ ਕੰਮ ਤੋਂ ਅੱਗੇ ਜਾ ਰਹੇ ਨਾ, ਕਿ ਮਤਲਬ ਕੀ ਮਸਲੇ ਕੀ ਹੈ ਨਾਸਾ ਦੇ ਕੋਲ, ਕਿਸ ਤਰ੍ਹਾਂ ਉਹਨਾਂ ਨੇ ਕੰਮ ਕਰਨਾ, ਕਿਹੜੀ ਉਹਦੀ ਪਾਲਿਸੀ ਹੈ, ਮਤਲਬ ਮਾਰਸ ਤੇ ਜਾਣਾ ਤੇ ਲੂਨਰ ਇੱਕ ਕਾਲੋਨੀ ਬਣਾਉਣਾ ਤੇ ਸਪੇਸ ਵਿੱਚ ਮਤਲਬ ਜਿਹੜੀ ਕਾਸਟ ਹੈ ਉਹਨੂੰ ਘੱਟ ਕਰਨਾ, ਸੈਟਲਾਈਟ ਕਮਿਊਨੀਕੇਸ਼ਨ ਨੂੰ ਇਸ ਤਰ੍ਹਾਂ ਕਰਨਾ ਕਿ ਪੂਰੀ ਦੁਨੀਆ ਦੇ ਹਰ ਪੁਆਇੰਟ ਤੇ ਕਵਰੇਜ ਹੋਏ। ਜਿਹੜੇ ਅੱਜ ਕੱਲ ਫਾਈਬਰ ਆਪਟਿਕ ਕੇਬਲਸ ਹੈ ਉਹ ਸਿਰਫ ਉਸ ਉੱਥੇ ਜਾਂਦੇ ਨੇ ਜਿੱਥੇ ਲੋਕ ਹੋਏ ਕਿ ਜਿੱਥੇ ਉਹ ਪੈਸੇ ਕਮਾ ਸਕਣ, ਪਰ ਜਿੱਥੇ ਪੈਸੇ ਉਹ ਨਹੀਂ ਕਮਾ ਸਕਦੇ ਉਹ ਉੱਥੇ ਕੋਈ ਕਵਰੇਜ ਨਹੀਂ ਹੈ ਇੰਟਰਨੈਟ ਦੀ। ਤੇ ਉਹਨੇ ਸੈਟਲਾਈਟ ਕਮਿਊਨੀਕੇਸ਼ਨ ਦਾ ਮਤਲਬ ਨੈਟਵਰਕ ਜਿਹੜਾ ਬਣਾਉਣਾ ਹੈ, ਜਿਹੜਾ ਮਾਸਕ ਨੇ ਕਿਹਾ ਜੀ ਮੈਂ 40,000 ਸੈਟਲਾਈਟਸ ਉੱਤੇ ਛੱਡਾਂਗਾ ਸਪੇਸ ਵਿੱਚ, ਤੇ ਫਿਰ ਤੁਹਾਨੂੰ ਉਹੀ ਬੈਂਡਵਿਡਥ ਮਿਲੇਗੀ ਜਿਹੜੀ ਤੁਹਾਨੂੰ ਫਾਈਬਰ ਆਪਟਿਕ ਕੇਬਲ ਤੋਂ ਮਿਲਦੀ ਹੈ। ਤੇ ਉਹ ਉਹਦੇ ਲਈ ਮੇਨ ਇਸ਼ੂ ਹੈ ਕਿ ਕਿਉਂਕਿ ਹਰ ਫਲਾਈਟ ਵਿੱਚ ਉਹ ਕੋਈ 70 ਸੈਟਲਾਈਟਸ ਲਾਂਚ ਕਰਦਾ ਹੈ, ਤੇ ਉਹਦੇ ਕੋਲ ਹੁਣ ਕੋਈ 2000 ਸੈਟਲਾਈਟਸ ਹੋ ਗਏ, ਤੇ ਉਹ ਇਸ ਲਈ ਹੋਣਗੇ ਕਿਉਂਕਿ ਉਹ ਜਿਹੜੀ ਰੀਯੂਜ਼ ਕਰਦਾ ਹੈ ਟੈਕਨੋਲੋਜੀ, ਉਹ ਟੈਕਨੋਲੋਜੀ ਜਿਹੜੀ ਹੈ ਉਹਨੂੰ ਤਕਰੀਬਨ ਮੁਫਤ ਪੈਂਦੀ ਹੈ, ਕਿਉਂਕਿ ਉਹ ਤੇ ਸੈਟਲਾਈਟ ਉਹਨੇ ਪੈਸੇ ਕਮਾ ਲਏ ਰਾਕੇਟ, ਤੇ ਉਹਨੂੰ ਫਿਰ ਮੁਫਤ ਹੀ ਸਪੇਸ ਵਿੱਚ ਤੇ ਉਹ ਸੈਟਲਾਈਟ ਲਾਂਚ ਕਰਦਾ ਹੈ, ਤੇ ਉਹਦੀ ਕਾਸਟ ਕਮ ਕਰਨ ਲਈ ਇਹ ਸਾਰਾ ਕੰਮ ਹੋ ਰਿਹਾ। ਤੇ ਉਹਦੇ ਡਿਫਰੈਂਟ ਫੇਜ਼ਸ ਜਿਹੜੇ ਨੇ ਕਿ ਸਪੇਸ ਟਰੈਵਲ, ਕਿਉਂਕਿ ਬਹੁਤ ਸਾਰੀ ਜਿਹੜੀ ਟੈਕਨੋਲੋਜੀਜ਼ ਹੈ ਸਪੇਸ ਲਈ, ਹਾਂ ਉਹ ਵੈਦਰ ਮੋਨੀਟਰਿੰਗ ਹੋਏ, ਕਲਾਈਮੇਟ ਮੋਨੀਟਰਿੰਗ ਹੋਏ, ਕਮਿਊਨੀਕੇਸ਼ਨ ਹੋਏ, ਮਿਲਟਰੀ ਯੂਜ਼ ਹੋਏ, ਜਿਹੜਾ ਵੀ ਕੋਈ ਲੋਕੀ ਕਰਦੇ ਨੇ ਸਪੇਸ ਵਿੱਚ, ਜਿਹੜੇ ਮੈਨੂਫੈਕਚਰਿੰਗ ਜਿਹੜੀ ਕਰਦੇ ਨੇ, ਬਾਇਓਲੋਜੀਕਲ ਐਕਸਪੈਰੀਮੈਂਟਸ ਕਰਦੇ ਨੇ, ਸਾਰਾ ਕੁਝ ਜਿਹੜਾ ਸਪੇਸ ਵਿੱਚ ਮਤਲਬ ਹੋ ਰਿਹਾ ਹੈ, ਜਿਹੜੇ ਸਪੇਸ ਸਟੇਸ਼ਨ ਹੈ ਉਹ ਪਿਛਲੇ 20 ਸਾਲਾਂ ਤੋਂ ਉੱਥੇ ਐਕਸਪੈਰੀਮੈਂਟਸ ਕਰ ਰਿਹਾ। ਬਹੁਤ ਨਾਲੇ ਇਟ ਆਲ ਹੈਜ਼ ਬੀਨ ਪਬਲਿਕਲੀ ਫੰਡਡ ਜੀ, ਬਿਲਕੁਲ ਪਬਲਿਕਲੀ ਫੰਡਡ ਹੈ। ਤੇ ਹੁਣ ਉਹਨਾਂ ਨੇ ਇਹ ਸਾਰੇ ਜਿਹੜੇ ਕੰਮ ਹੈ, ਜਿਹੜੇ ਇੰਡਸਟਰੀ ਨੂੰ ਸ਼ੌਕ ਹੈ ਸਪੇਸ ਜਾ ਕੇ ਆਪਣੀ ਮਤਲਬ ਨਿਊ ਸੋਰਸਿਸ ਆਫ ਰੈਵਨਿਊਜ਼ ਬਣਾਉਣਾ, ਕਾਸਟ ਕਟਿੰਗ ਕਰਨਾ, ਇਹ ਸਾਰੀ ਜਿਹੜੀ ਮੈਂ ਤੇ ਕੋਈ 4-5 ਤੁਹਾਨੂੰ ਐਗਜ਼ਾਮਪਲਸ ਦਿੱਤੇ, ਇੱਥੇ ਮਤਲਬ ਬਹੁਤ ਸੈਂਕੜੋ ਐਗਜ਼ਾਮਪਲ ਨੇ ਜਿਹੜੀ ਚੀਜ਼ਾਂ ਸਪੇਸ ਵਿੱਚ ਅਟਰੈਕਟਿਵ ਹੈ ਕਰਨ ਲਈ। ਤੇ ਉਹ ਸਾਰਾ ਕੰਮ ਜਿਹੜਾ ਹੈ, ਐਂਡ ਨਾਟ ਦ ਲੀਸਟ ਆਫ ਵਿਚ is a climate ਦਾ ਕੰਟਰੋਲ, ਕਿਉਂਕਿ ਤੁਸੀਂ ਵੇਖੋ ਜਿਹੜੀ ਉਹ ਸਾਰੇ ਤੁਹਾਨੂੰ ਇਹ ਦੱਸਦੇ ਨੇ ਕਿ ਬਈ ਸਪੇਸ ਤੋਂ ਵੇਖੋ ਤੇ ਕੋਈ 10 ਮੀਲ ਜਿਹੜੀ ਗੈਸਿਸ ਹੈ ਨਾ ਉਹ ਇੱਥੇ ਲਾਈਫ ਸਸਟੇਨਿੰਗ ਹੈ। ਇਹ ਗੈਸਿਸ ਵਿੱਚ ਅਗਰ ਤੁਸੀਂ 4% ਕਾਰਬਨ ਡਾਈਆਕਸਾਈਡ बढ़ा ਦਿਓ ਤੇ ਤੁਸੀਂ ਸਾਰੇ ਮਰ ਜਾਓਗੇ। ਜੀ ਹਾਂ, ਤੇ ਉਹ ਕਹਿੰਦਾ ਇੱਥੇ ਨੈਚੁਰਲ ਕੈਟਾਕਲਿਜ਼ਮ ਵੀ ਹੋ ਸਕਦੇ ਹੈ ਨਾ, ਉਹ ਕਹਿੰਦੇ ਕਿ ਇਹਨੇ ਨੈਚੁਰਲ ਕੈਟਾਕਲਿਜ਼ਮ ਤੋਂ ਲਾਈਫ ਖਤਮ ਹੋ ਸਕਦੀ ਹੈ ਇੱਥੇ। ਤੇ ਇੱਕ ਰੇਸ ਹੈ ਲੋਕ ਉਹਨਾਂ ਦੇ ਵਿੱਚ ਕਿ ਨਾ ਸਿਰਫ ਇਹ ਟੈਕਨੋਲੋਜੀਜ਼ ਪਰ ਲਾਈਫ ਸਸਟੇਨ ਕਰਨ ਲਈ ਵੀ ਅਸਾਂ ਸਪੇਸ ਵਿੱਚ ਜਾ ਕੇ ਕੰਮ ਕਰਨਾ ਹੈ। ਤੇ ਇੱਕ ਹੋਰ ਬੜਾ ਸਿੰਪਲ ਐਗਜ਼ਾਮਪਲ ਹੈ ਕਿ ਅਗਰ ਇੰਟਰ ਗੈਲੈਕਟਿਕ ਜਿਹੜੀ ਇਨਸਾਨ ਐਕਸਪਲੋਰੇਸ਼ਨ ਕਰਦਾ ਹੈ, ਉਹਦੇ ਵਿੱਚ ਕਹਿੰਦੇ ਜੀ ਇਨਸਾਨ ਤੇ ਬਾਇਓਲੋਜੀਕਲ ਸਟਰਕਚਰ ਨਹੀਂ ਕਰ ਸਕਦਾ, ਉੱਥੇ ਤੇ ਰੋਬੋਟਸ ਨੂੰ ਭੇਜਣਾ ਹੈ, ਕਿਉਂਕਿ ਉਹ 1000 ਸਾਲ ਹੋ ਸਕਦਾ ਹੈ ਉੱਥੇ ਰਹਿਣ, ਤੇ ਕਲਾਈਮੇਟ ਉਹ ਲੈਂਡ ਵੀ ਕਰ ਸਕਣ ਉੱਥੇ, ਇਨਸਾਨ ਤੇ ਨਹੀਂ ਲੈਂਡ ਕਰਕੇ, ਉਹਨੂੰ ਤੇ ਬਿਲਕੁਲ এনवायरमेंट ਚਾਹੀਦੀ ਹੁੰਦੀ ਹੈ ਜਿੰਦਾ ਰਹਿਣ ਲਈ। ਤੇ ਉਹ ਸਾਰੀ ਜਿਹੜੀ ਸਪੇਸ ਐਕਸਪਲੋਰੇਸ਼ਨ ਉਹ ਕਹਿੰਦੇ ਸਿਰਫ ਰੋਬੋਟਸ ਹੀ ਕਰਨਗੇ, ਇਨਸਾਨ ਨਹੀਂ ਕਰ ਸਕਦਾ। ਤੇ ਉਹ ਐਕਚੁਅਲੀ 30 ਸਾਲ ਪਹਿਲਾਂ ਇੱਥੇ MIT ਦਾ ਇੱਕ ਪ੍ਰੋਫੈਸਰ ਸੀਗਾ, ਹਾਂਜੀ, ਉਹਨੇ ਕਿਤਾਬ ਲਿਖੀ ਸੀ ਫਿਜ਼ਿਕਸ ਆਫ ਇਮੋਰਟੈਲਿਟੀ। ਅੱਛਾ, ਵਾਹ ਵਾਹ, ਉਹਦੇ ਵਿੱਚ ਬਿਲਕੁਲ ਇਹੀ ਆਰਗੂ ਕੀਤਾ ਸੀ ਉਹਨੇ। ਅੱਛਾ, ਤੇ ਬਸ ਇਹ ਸਾਰੀ ਜਿਹੜੀ ਚੀਜ਼ਾਂ ਨੇ ਇਹ ਇੰਪਟਸ ਹੈ ਕਿ ਕਿਸ ਤਰ੍ਹਾਂ। ਅੱਛਾ ਜੀ, ਟਰੈਵਲ ਵਿੱਚ ਮਤਲਬ ਜਿਹੜੀ ਹਵਾਈ ਜਹਾਜ਼ ਹੈ ਉਹ ਬੜਾ ਪੋਲਿਊਟੈਂਟ ਹੈ, ਖਾਸ ਤੌਰ ਸੇ ਅਪਰ ਐਟਮੋਸਫੀਅਰ ਵਿੱਚ ਬਹੁਤ ਵੱਡੀ ਪੋਲਿਊਸ਼ਨ ਕਰਦਾ ਹੈ।
ਤੇ ਅਗਰ ਤੁਸੀਂ ਟਰੈਵਲ ਵੀ ਕਰਨਾ ਹੈ ਤੇ ਉਹ ਕਹਿੰਦੇ ਜਿਸ ਤਰ੍ਹਾਂ ਮਿਸਲ ਜਾਂਦਾ ਹੈ ਨਾ, ਇਹ ਮਿਸਾਈਲ ਨਿਕਲ ਕੇ ਆਧੇ ਘੰਟੇ ਚ ਕਿਸੇ ਵੀ ਪੁਆਇੰਟ ਤੇ ਆ ਜਾਂਦਾ ਹੈ, ਉਹ ਅੰਦਰ ਸਪੇਸ ਵਿੱਚ ਉਹ ਟਰੈਵਲ ਕਰਦਾ ਹੈ। ਉਹ ਕਹਿੰਦਾ ਜੀ ਇਹੀ ਹੋਣਾ ਚਾਹੀਦਾ ਇਨਸਾਨਾਂ ਦੀ ਟਰੈਵਲ ਲਈ ਵੀ, ਕਿ ਤੁਸੀਂ ਮਤਲਬ ਅਗਰ ਪਹੁੰਚਣਾ ਹੈ ਉੱਥੇ ਫਟਾਫਟ ਤੇ ਐਟਮੋਸਫੀਅਰ ਨੂੰ ਥੋੜਾ ਘੱਟ ਪੋਲਿਊਟ ਕਰਨਾ ਹੈ ਤੇ ਤੁਸੀਂ ਇੰਜ ਕਰੋ ਕਿ ਤੁਸੀਂ ਵੀ ਉਸ ਤਰ੍ਹਾਂ ਹੀ ਟਰੈਵਲ ਕਰੋ। ਤੇ ਬਹੁਤ ਸਾਰੀ ਐਸ ਜਿਹੜੀ ਐਗਜ਼ਾਮਪਲਸ ਹਾਂ ਹਨ। ਉਹਦੇ ਨਾਲ ਕਹਿੰਦੇ ਨਿਊਯਾਰਕ ਤੋਂ ਲੰਡਨ ਦਾ ਸਫ਼ਰ 15-20 ਮਿੰਟਾਂ 'ਚ ਬੰਦਾ ਕਰ ਸਕਦਾ। हाँ जी, ऑस्ट्रेलिया कहने आधे घंटे च मस्क कहता है बड़का मारता मैं आधे घंटे च पहुंचा देंगा ਤੁਹਾਨੂੰ। ਨਹੀਂ, ਉਹ ਟੈਕਨੋਲੋਜੀ ਤਾਂ ਇਹ ਬਹੁਤ ਚਿਰਦੀ ਹੈਗੀ ਆ, ਪਰ ਮੇਨ ਗੱਲ ਇਹਦੇ ਵਿੱਚ ਇਹ ਦੇਖੋ ਨਾ, ਇਹ ਜਿਹੜੀ ਸਾਰੀ ਰਿਸਰਚ ਇਹਦਾ ਬੇਸ ਹੈ ਉਹ ਪਬਲਿਕਲੀ ਫੰਡਡ ਹੈ। हाँ जी, बिल्कुल सही ਗੱਲ। ਲੇਕਿਨ ਹੈ ਹੁਣ ਜਿਹੜੀ ਹੈ ਇਟਸ ਬੀਇੰਗ ਹੈਂਡਡ ਓਵਰ ਟੂ ਪ੍ਰਾਈਵੇਟ ਕਾਰਪੋਰੇਸ਼ਨਸ। ਬਿਲਕੁਲ ਸਹੀ ਗੱਲ। ਜਸਟ ਲਾਈਕ ਇੰਟਰਨੈਟ। ਬਿਲਕੁਲ ਬਿਲਕੁਲ। ਤੇ ਇਹ ਮਨਜ਼ੂਰ ਤੁਹਾਡੇ ਸਵਾਲ ਦਾ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਇੰਪੋਰਟੈਂਟ ਜਵਾਬ ਹੈ ਕਿ ਜਿਹੜੀ ਪ੍ਰਾਈਵੇਟ ਫੰਡਿੰਗ ਹੈ ਇਹ ਸਾਰੀ ਚੀਜ਼ਾਂ ਦੀ, ਇਹਦੇ ਵਿੱਚ ਪ੍ਰਾਈਵੇਟ ਬਿਜ਼ਨੈਸਿਸ ਦਾ ਬਹੁਤ ਇੰਟਰਸਟ ਹੈ, ਕਿਉਂਕਿ ਸਾਰੀ ਫਿਊਚਰ ਕੰਪੀਟੀਸ਼ਨ ਵਿੱਚ ਜਿਹੜਾ ਐਡਵਾਂਟੇजेस ਤੁਹਾਨੂੰ ਮਿਲਣਗੇ ਉਹ ਕਹਿੰਦੇ ਬਹੁਤ ਸਾਰੀ ਚੀਜ਼ਾਂ ਉਹ ਸਪੇਸ ਵਿੱਚ ਲਈ ਮਤਲਬ ਇਹ ਨਾ, ਮਤਲਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਜੇ ਹੁਣ ਇੱਥੋਂ ਕੋਈ ਸਾਨੂੰ ਕਵੇ ਕਿ ਮਤਲਬ ਜੇ ਅਸੀਂ ਇੱਥੋਂ ਪਾਕਿਸਤਾਨ ਜਾਣਾ ਹੋਏ ਵਾਸ਼ਿੰਗਟਨ ਤੋਂ, ਔਰ ਇੱਥੋਂ ਰਾਕਟ ਜਾਵੇ 2 ਮਿੰਟਾਂ 'ਚ ਉਹ ਪਹੁੰਚ ਗਿਆ ਸਪੇਸ ਵਿੱਚ, ਤੇ 3 ਮਿੰਟ ਅੱਗੇ ਉਹਨੇ ਲਾਇਆ ਤੇ ਅਗਲੇ 3 ਮਿੰਟਾਂ 'ਚ ਥੱਲੇ ਉਤਰ ਗਿਆ। ਇਹਦਾ ਮਤਲਬ ਹੈ ਕਿ ਮੈਂ ਕੋਈ 15-20 ਮਿੰਟਾਂ 'ਚ ਪਾਕਿਸਤਾਨ 'ਚ ਆਵਾਂਗਾ। ਆਪਣੇ ਪਿੰਡ ਹੋਣਗੇ ਪਾਕਿਸਤਾਨ 'ਚ, ਨਹੀਂ ਆਪਣੇ ਪਿੰਡ। ਹਾਂਜੀ ਹਾਂ, ਉਹ ਵੀ ਉਹਦੇ ਲਈ ਫਿਰ 에어ਪੋਰਟ ਦੀ ਵੀ ਨਹੀਂ ਲੋੜ ਨਾ। ਲੋੜ, ਹਾਂ, ਉਹਦੇ ਪਿਨ ਪੁਆਇੰਟ ਤੁਹਾਨੂੰ ਡ੍ਰੌਪ ਕਰ ਦੇਗਾ। ਤੇ ਇਹ ਜਿਹੜੀ ਹੈ ਨਾ, ਤੁਸੀਂ ਵੇਖੋ ਕਿ ਜਿਹੜੀ ਕਨਸੈਪਟਸ ਹੈ ਨਾ, ਜਿੱਥੇ ਦੁਨੀਆ ਵਿੱਚ ਸੈਚੂਰੇਸ਼ਨ ਹੈ, ਜਿਸ ਤਰ੍ਹਾਂ ਮੋਟਰ ਕਾਰ ਦੀ ਲਿਮਿਟੇਸ਼ਨਸ ਜਿਹੜੀ ਨੇ ਜਾਂ 에ਅਰ ਟਰੈਵਲ ਦੀ ਲਿਮਿਟੇਸ਼ਨਸ ਹੈ, ਉਹਨੂੰ ਐਡਰੈਸ ਕਰ ਰਹੇ ਨੇ ਕਿ ਜੀ ਅਬ ਹੁਣ ਟਰੈਵਲ ਦਾ ਮੋਡ ਬਿਲਕੁਲ ਫਰਕ ਹੋਣਾ ਚਾਹੀਦਾ ਹੈ। ਤੇ ਇਹ ਜਿਹੜੀ ਇਹ ਜਿਹੜੀ ਉਹ ਮਸ ਦਾ ਉਹ ਕੰਪਨੀ ਹੈ ਨਾ, ਬੋਰਿੰਗ ਕੰਪਨੀ ਜਿਹੜੀ ਕਰ ਰਹੀ ਹੈ, ਉਹ ਕਹਿੰਦੀ ਯਾਰ ਮੈਂ ਤੁਹਾਨੂੰ ਇੱਕ LA ਤੋਂ ਸੈਨ ਫਰਾਂਸਿਸਕੋ 15-20 ਮਿੰਟ ਵਿੱਚ ਪਹੁੰਚਾ ਦਿਆਂਗਾ, ਤੇ ਉਹ ਚਾਰਜ ਵੀ ਨਹੀਂ ਕਰ ਸਕਦਾ। ਉਹਦੇ ਲਈ ਵੀ ਇੰਨੀ ਉਹ ਹਾਈਪਰਲੂਪ ਜਿਹੜਾ ਉਹਨੇ ਬਣਾਉਣ ਦੀ ਉਹਦੀ ਗੱਲ ਕੀਤੀ ਆ। ਤੇ ਉਹ ਕਹਿੰਦੇ ਉਹਦੇ ਵਿੱਚ ਪੌਡਸ ਹੋਣਗੇ, ਇੱਕ ਨੈਟਵਰਕ, ਅਗਰ ਤੁਸੀਂ ਸਮਝੋ ਪੌਡਸ ਹੁੰਦਾ ਹੈ, ਪੌਡ ਹੈ ਮਤਲਬ ਹੈ ਕਿ ਜੀ ਛੋਟੇ ਛੋਟੇ ਕੰਪਾਰਟਮੈਂਟਸ ਹੈ, ਤੇ ਉਹ ਜਿਹੜੇ ਪੌਡਸ ਹੈ ਨਾ, ਉਹ ਟਰੈਵਲ, ਉਹ ਹਰ ਪੌਡ ਦਾ ਆਪਣਾ ਸਟਾਰਟ ਤੇ ਐਂਡ ਐਡਰੈਸ ਹੈ। ਤੇ ਅਗਰ ਤੁਸੀਂ ਚੜੋ ਤੇ ਤੁਸੀਂ LA ਤੋਂ ਜਾਣਾ ਹੈ ਵਾਸ਼ਿੰਗਟਨ, ਤੇ ਦੂਜੇ ਬੰਦੇ ਨੇ ਜਾਣਾ ਹੈ ਸੈਨ ਫਰਾਂਸਿਸਕੋ, ਤੇ ਉਹ ਪੌਡ ਨੂੰ ਪਤਾ ਹੋਏਗਾ ਕਿ ਕਿਸ ਥਾਂ ਤੇ ਪਹੁੰਚ ਕੇ ਉਹਨੇ ਲੈਫਟ ਜਾਣਾ ਹੈ, ਰਾਈਟ ਜਾਣਾ ਹੈ, ਤੇ ਹਰ ਪੌਡ ਦਾ ਆਪਣਾ ਰਾਸਤਾ ਹੋਏਗਾ ਜੀ, ਤਾਂ ਕਿ ਹੋਰ ਇੰਡੀਵਿਜੂਅਲਾਈਜ਼ ਹੋ ਜਾਏ। ਪਰ ਤੇ ਉਹ ਸਾਰੀ ਇਹ ਜਿਹੜੀ ਚੀਜ਼ਾਂ ਹੈ ਜਿੱਥੇ ਬੋਟਲ ਨੈਕਸ ਹਨ, ਟਰਾਂਸਪੋਰਟ ਵਿੱਚ ਤੇ ਟਰੈਵਲ ਵਿੱਚ ਤੇ ਮੈਡੀਸਨ ਵਿੱਚ, ਜਿੱਥੇ ਵੀ ਬੋਟਲ ਨੈਕਸ ਹਨ, ਸਪਲਾਈ ਲਾਈਨਸ ਦੇ ਵਿੱਚ, ਹਾਂ, ਜਿੱਥੇ ਵੀ ਸਰਵਿਸ ਡਿਲੀਵਰੀ ਵਿੱਚ ਜੋ ਵੀ ਤੁਸੀਂ ਲੋ, ਬਹੁਤ ਸਾਰੀ ਬੋਟਲ ਨੈਕਸ ਜਿਹੜੇ ਨਾ ਹੁਣ ਟੈਕਨੋਲੋਜੀ ਉਹਨੂੰ ਐਡਰੈਸ ਕਰ ਰਹੀ ਹੈ। ਤੇ ਸਾਡੀ ਇਹਦੇ ਤੋਂ ਇਹ ਲੱਗਦਾ ਹੈ, ਇਹਦੇ ਤੋਂ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਇਹਦੇ ਤੋਂ ਤੇ ਇਹ ਲੱਗਦਾ ਹੈ ਕਿ ਇਹ ਜਿਹੜੀਆਂ ਉੱਡਣ ਵਾਲੀਆਂ ਕਾਰਾਂ ਨੇ, ਇਹ ਤੇ ਫਿਰ ਬਹੁਤ ਹੀ ਮਾਮੂਲੀ ਚੀਜ਼ ਨੇ। ਉਹ ਹਾਂ, ਇਹ ਤਾਂ ਬਿਲਕੁਲ ਮਾਮੂਲੀ ਚੀਜ਼ ਹੈ। ਇਹ ਤੇ ਕੋਈ 5 ਕੰਪਨੀਆਂ ਉਹ ਟੈਸਟ ਚ ਨੇ, ਉਹ ਉਹਨਾਂ ਪ੍ਰੋਟੋਟਾਈਪਸ ਉਹ ਟੈਸਟ ਕਰ ਰਹੇ ਨੇ, ਪਰ ਕੋਈ ਲੋਕੀ ਕਹਿੰਦੇ ਕਿ ਇਹਦੇ ਵਿੱਚ ਇੰਨਾ ਫਿਊਚਰ ਨਹੀਂ ਹੈ। ਨਹੀਂ, ਇਹ ਠੀਕ ਹੈ, ਕੁਝ ਅਰਸੇ ਤੱਕ ਇਹਦੀ ਕੋਈ ਹੋਏਗੀ ਗਿਮਿਕ ਵੈਲਿਊ ਤੇ ਕੋਈ ਫਾਇਦਾ ਵੀ ਹੋਏਗਾ, ਪਰ ਉਹ ਮਤਲਬ ਬਹੁਤ ਸਾਰੇ ਲੋਕੀ ਕਹਿੰਦੇ ਕਿ ਇਹ ਡਾਇਰੈਕਸ਼ਨ ਜਿਹੜਾ ਹੈ ਨਾ, ਇਹਦੇ ਵਿੱਚ ਕੋਈ ਲੌਂਗ ਟਰਮ ਹੱਲ ਨਹੀਂ ਹੈ ਮਸਲੇ ਦਾ, ਫਿਊਚਰ ਨਹੀਂ ਹੈ ਇਸ 'ਚ। ਫਿਊਚਰ ਤੇ ਤੁਸੀਂ ਵੇਖੋ ਨਾ ਕਿ ਜਿਹੜੀ ਕੰਪਨੀਆਂ ਫਾਈਬਰ ਆਪਟਿਕ ਬੈਕਬੋਨ ਕੰਟਰੋਲ ਕਰਦੀ ਨੇ, ਤੇ ਤੁਸੀਂ ਕਹਿੰਦੇ ਹੋ ਕਿ ਜੀ ਤੁਹਾਨੂੰ ਮੁਫਤ ਪੈ ਰਿਹਾ, ਤੇ ਹਰ ਬੰਦਾ ਇੰਟਰਨੈਟ ਦੇ ਪੈਸੇ ਜਮਾ ਕਰਾਉਂਦਾ ਹੈ। ਬਿਲਕੁਲ, ਉਹ ਮੋਨੋਪੋਲੀ ਹੈ
ਕਿ ਜਿਹਨਾਂ ਕੋਲ ਬੈਕਬੋਨ ਹੈ ਤੇ ਉਹ ਆਪਣੀ ਉਹਨਾਂ ਨੇ ਕੇਬਲਸ ਲਾਈਆਂ ਤੇ ਬਿਲੀਅਨਸ ਇਨਵੈਸਟ ਕੀਤੇ ਨੇ, ਤੇ ਉਹ ਕਹਿੰਦਾ ਹੈ ਮੋਨੋਪੋਲੀ ਤੋੜ ਦਿਆਂਗਾ ਮੈਂ। ਉਹ ਕਹਿੰਦਾ ਮੈਂ ਇਹ ਜਿਹੜੀ ਹੈ ਨਾ ਬੇਸਿਕ ਚੀਜ਼ ਇਹਨਾਂ ਨੂੰ ਮੁਫਤ ਕਰ ਦਿਓ, ਤਾਂ ਕਿ ਲੋਕੀ ਸਿਰਫ ਉਸ ਤੇ ਅਗਰ ਤੁਸੀਂ ਲੈਵਲ ਪਲੇਇੰਗ ਫੀਲਡ ਬਣਾਣੀ ਹੈ ਹਰ ਬੰਦੇ ਲਈ, ਤੇ ਉਹਦੇ ਚ ਪੈਸੇ ਦੇ ਐਲੀਮੈਂਟ ਨੂੰ ਤੁਸੀਂ ਨਿਕਾਲ ਦਿਓ ਉਧਰੋਂ, ਤਾਂ ਕਿ ਫਿਰ ਕ੍ਰੀਏਟੀਵਿਟੀ, ਇਨਸਾਨ ਦੀ ਪ੍ਰੋਡਕਟਿਵਿਟੀ, ਕ੍ਰੀਏਟੀਵਿਟੀ, ਇੰਟੈਲੀਜੈਂਸ ਜਿਹੜੀ ਹੈ ਨਾ ਉਹ ਡਿਸਾਈਡ ਕਰੇਗੀ ਕਿ ਉਹਨੂੰ ਕਿੰਨਾ ਮੁਆਵਜ਼ਾ ਮਿਲਦਾ ਹੈ, ਨਾ ਕਿ ਉਹਦੀ ਫਾਈਨੈਂਸ਼ੀਅਲ ਪੋਜੀਸ਼ਨ। ਹਾਂ, ਵੈਸੇ ਮੈਂ ਤੁਹਾਨੂੰ ਜ਼ਾਤੀ ਤਜਰਬਾ ਦੱਸਣਾ ਹੈ ਕਿ ਆਪਣਾ ਇਹ ਜਿਹੜੇ ਪੁਰਾਣੀ ਕੇਬਲ ਕੰਪਨੀਆਂ ਨੇ, ਮਸਲਨ ਵੈਰਾਈਜ਼ਨ ਹੈ, ਤੇ ਇਹ ਮੈਂ ਵੈਰਾਈਜ਼ਨ ਲਾਇਆ ਸੀ ਤੇ ਇਹ ਕੋਈ ਲੈਂਦੇ ਸਨ ਮੇਰੇ ਕੋਲੋਂ ਕੋਈ $80 ਇੱਕ ਮਹੀਨੇ ਦੇ। ਅੱਛਾ, ਹੁਣ ਮੈਂ ਉਹ ਜਿਹੜੀ ਹੈਗੀ ਹੈ ਐਮਾਜ਼ੋਨ ਦੀ ਫਾਇਰ ਸਟਿਕ, ਉਹ ਲਾ ਲਈ ਹੈ ਟੀਵੀ ਤੇ ਕਿਸੇ ਇੱਕ ਐਪ ਕੋਲੋਂ $12 ਮੈਂ ਦਿੰਦਾ ਉਹਨੂੰ ਮਹੀਨੇ ਦੇ, ਤੇ ਫਾਇਰ ਸਟਿਕ ਜਿਹੜੀ ਹੈ ਉਹ ਕੋਈ $30-35 ਦੀ ਆਈ ਸੀ, ਠੀਕ। ਤੇ ਉਹ ਸਾਰੇ ਜਿਹੜੇ ਚੈਨਲ ਜਿਹੜੇ ਮੈਂ ਜਿਨ੍ਹਾਂ ਲਈ $80-90 ਦਿੰਦਾ ਸਾਂ, ਉਹ ਹੁਣ $12 'ਚ ਦੇਖਣਾ ਜੀ। ਔਰ ਮੁਸਤਕਬਲ 'ਚ ਇਹ ਵੀ ਹੋ ਸਕਦਾ ਕਿ ਉਹਦੀ ਵੀ ਲੋੜ ਨਾ ਹੋਵੇ, $12 ਦੀ ਵੀ ਲੋੜ ਨਾ ਪਵੇ। ਨਹੀਂ, ਉਹੀ ਤਾਂ ਆਬਿਦ ਸਾਹਿਬ ਕਹਿ ਰਹੇ ਨਾ। ਹਾਂ ਕਿ ਉਹ $12 ਵੀ ਤੁਸੀਂ ਮੋਨੋਪੋਲੀ ਕਰਕੇ ਦੇ ਰਹੇ ਨਾ। ਨਹੀਂ, ਫਿਰ ਜਿਹੜੀ ਅਸੀਂ ਗੱਲ ਕਰ ਰਹੇ ਸਾਂ ਆਪਣਾ ਜਸਪਾਲ ਪਹਿਲੇ, ਕਿ ਜੇ ਜਿੱਥੇ ਨਵੀਂ ਟੈਕਨੋਲੋਜੀ ਦੇ ਨਾਲ ਰੋਜ਼ਗਾਰ ਮੁੱਕਣਗੇ, ਫਰਕ ਕਰੋ ਜਿਵੇਂ ਅਸੀਂ ਬੰਦਾ ਦੀ ਮੈਨੂਅਲ ਲੇਬਰ ਰਿਡੰਡੈਂਟ ਹੁੰਦੀ ਜਾਏਗੀ, ਤੇ ਸਵਾਲ ਇਹ ਸੀ ਕਿ ਉਹਦੀਆਂ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ। ਅੱਛਾ, ਤੇ ਹੁਣ ਲੋੜਾਂ ਦੇ ਵਿੱਚ ਜਿਹੜਾ ਖਾਣਾ ਪੀਣਾ ਹੈ ਉਹ ਤੇ ਬਹੁਤ ਸਸਤਾ ਹੈਗਾ, ਸਿਰਫ ਉਹਦੀ ਡਿਲੀਵਰੀ ਦਾ ਮਸਲਾ ਹੈਗਾ ਜੀ। ਤੇ ਬਾਕੀ ਜਿਹੜੀ ਸਰਵਿਸਿਜ਼ ਜਿਹੜੀਆਂ ਸਾਡੀਆਂ ਹੁਣ ਲੋੜਾਂ ਬਣ ਗਈਆਂ ਨੇ, ਜਿਵੇਂ ਟੈਲੀਫੋਨ ਸਾਡੀ ਲੋੜ ਬਣ ਗਈ ਹੈ, ਟੀਵੀ ਸਾਡੀ ਲੋੜ ਬਣ ਗਈ ਹੈ, ਤੇ ਅਗਰ ਇਹ ਸਾਰੀਆਂ ਮੁਫਤ ਹੋ ਜਾਣ ਤੇ ਸਾਨੂੰ ਉਨੀ ਇਨਕਮ ਦੀ ਲੋੜ ਵੀ ਨਹੀਂ ਹੈਗੀ। ਬਿਲਕੁਲ ਬਿਲਕੁਲ। ਯਾਨੀ ਮਤਲਬ ਟੈਕਨੋਲੋਜੀ ਜਿਹੜੀ ਹੈ ਉਹ ਚੀਜ਼ਾਂ ਜਿਹੜੀਆਂ ਕਿ ਪ੍ਰਾਈਸ ਸਨ ਉਹਨਾਂ ਨੂੰ ਪ੍ਰਾਈਸਲੈਸ ਕਰ ਰਹੀ ਹੈ। ਬਿਲਕੁਲ ਜੀ, ਤੁਹਾਡਾ ਹੈਲਥ ਕੇਅਰ ਫ੍ਰੀ ਹੋ ਜੇ, ਐਜੂਕੇਸ਼ਨ ਫ੍ਰੀ ਹੋ ਜੇ, ਹਾਊਸਿੰਗ ਫ੍ਰੀ ਹੋ ਜੇ। ਨਹੀਂ, ਦੇਖੋ ਨਾ, ਐਜੂਕੇਸ਼ਨ ਦਾ ਵੀ ਇਹ ਹੈ ਕਿ ਜੇ ਟੈਕਨੋਲੋਜੀ ਜਿਹੜੀ ਹੈ ਉਹ ਜਿੰਨੇ ਪ੍ਰੋਸੈਸਸ ਨੇ ਹੈਲਥ ਦੇ, ਅਗਰ ਉਹਨਾਂ ਨੂੰ ਆਟੋਮੇਟ ਕਰ ਦੇਵੇ, ਠੀਕ, ਤੇ ਕਾਸਟ ਜਿਹੜੀ ਹੈ ਉਹ ਪਰ ਹੈਡ ਬਹੁਤ ਹੀ ਘੱਟ ਹੁੰਦੀ ਜਾਏਗੀ। ਬਿਲਕੁਲ, ਕੋਈ ਐਸਾ ਪੁਆਇੰਟ ਵੀ ਆ ਸਕਦਾ ਹੈ ਕਿ ਉਹ ਕਾਸਟ 0 ਹੋ ਜਾਏ। ਬਿਲਕੁਲ। ਤੇ ਦੈਨ ਇਟ ਮੀਨਸ ਕਿ ਲੋਕਾਂ ਨੂੰ ਹੈਲਥ ਕੇਅਰ ਤੇ ਪੈਸੇ ਖਰਚ ਕਰਨ ਦੀ ਲੋੜ ਨਹੀਂ ਹੈਗੀ। ਬਿਲਕੁਲ। ਮਤਲਬ ਇਹ ਹੈ ਕਿ ਹੁਣ ਗੱਲ ਜਿਹੜੀ ਹੈ ਇਹ ਅੱਜ ਅਸੀਂ ਇਹ ਨਵੀਂ ਗੱਲ ਕੀਤੀ ਹੈ, ਜਿਹੜੀ ਡਾਇਲੇਮਾ ਦੇ ਵਿੱਚ ਅਸੀਂ ਹੈ ਸਾਂ ਕਿ ਇਨਕਮ ਔਰ ਵਰਕ ਜਿਹੜਾ ਹੈਗਾ ਸੋਸ਼ਲੀ ਨੈਸੈਸਰੀ ਟਾਈਮ ਵੇਚ ਕੇ ਤੇ ਢਿੱਡ ਭਰਨਾ, ਉਹਦੇ 'ਚ ਇਹ ਸਾਨੂੰ ਅੱਜ ਅਸੀਂ ਇੱਕ ਨਵੀਂ ਗੱਲ ਕੀਤੀ ਹੈ ਕਿ ਬੇਸਿਕਲੀ ਜਿਹੜੀਆਂ ਲੋੜਾਂ ਨੇ ਬੰਦੇ ਦੀਆਂ, ਉਹਨਾਂ ਨੂੰ ਟੈਕਨੋਲੋਜੀ ਖੁਦ ਜਿਹੜੀ ਹੈ ਉਹਦੀ ਪ੍ਰਾਈਸ ਘਟਾਉਂਦੀ ਜਾ ਰਹੀ ਹੈ। ਬਿਲਕੁਲ। ਕਈਆਂ ਸੂਰਤਾਂ ਦੇ ਵਿੱਚ 0 ਹੋ ਗਈ ਹੈ ਜੀ। ਅੱਛਾ, ਤੇ ਆਬਦ ਯਾਰ ਉਹ ਤੁਸੀਂ ਫਿਰ ਦੱਸੋ ਸਾਨੂੰ ਕੁਛ, ਤੋਂ ਜਿਹੜੀ ਕਾਂਸ਼ੀਅਸਨੈਸ ਵਾਲਾ ਕਿੱਸਾ ਸੀਗਾ। ਹਾਂਜੀ, ਉਹ ਮੈਂ ਤੁਹਾਨੂੰ ਦੱਸਣਾ ਉਹਦਾ, ਪਰ ਜਿਹੜੀ ਇੰਪੋਰਟੈਂਟ ਗੱਲ ਹੈ ਨਾ ਮਨਜ਼ੂਰ, ਉਹ ਤੁਸੀਂ ਦੇਖੋ ਕਿ ਕੌਨਸ਼ੀਅਸਨੈਸ ਦੇ ਪੇਪਰ ਵਿੱਚ ਇਹੀ ਗੱਲ ਸਾਬਤ ਹੁੰਦੀ ਹੈ ਕਿ ਜਿਹਨੇ ਵੀ ਮਸਲੇ ਤੁਸੀਂ ਹੁਣ ਐਡਰੈਸ ਕਰ ਰਹੇ ਹੋ ਨਾ, ਇਸ ਤੇ ਹਜ਼ਾਰਾਂ ਲੋਕੀ ਕੰਮ ਕਰ ਰਹੇ ਨੇ ਤੇ ਉਹਨਾਂ ਨੇ ਬਹੁਤ ਸਾਰੀ ਚੀਜ਼ਾਂ, ਉਹ ਜਿਹੜਾ ਇੱਕ ਖਾਨ ਅਕੈਡਮੀ ਵਾਲਾ ਹੈ ਨਾ, ਮੈਂ ਇੱਕ ਐਗਜ਼ਾਮਪਲ ਦੇ ਰਿਹਾ ਤੇ ਹੁਣ ਬਹੁਤ ਹੋਰ ਐਗਜ਼ਾਮਪਲਸ ਹਨ। ਉਹ ਕਹਿੰਦਾ ਸੀ, ਉਹਨੂੰ ਹੋ ਗਏ 10-15 ਸਾਲ, ਉਹ ਕਹਿੰਦਾ ਯਾਰ ਮੈਂ ਕਰਨਾ ਹੈ ਕਿ ਕੁਆਲਿਟੀ ਐਜੂਕੇਸ਼ਨ ਨੂੰ ਮੈਂ ਮੁਫਤ ਕਰ ਦੇਣਾ,
ਤੇ ਉਹਨੂੰ ਸੈਪਰੇਟ ਕਰ ਦੇਣਾ ਕ੍ਰੈਡੈਂਸ਼ੀਅਲਿੰਗ ਤੋਂ। ਕਹਿੰਦਾ ਕ੍ਰੈਡੈਂਸ਼ੀਅਲਿੰਗ ਦੇ ਲੋਕ ਪੈਸੇ ਲੈਣ ਦੇਣ ਕਿ ਤੁਹਾਨੂੰ MIT ਦੀ ਡਿਗਰੀ ਚਾਹੀਦੀ ਹੈ ਕਿਉਂਕਿ MIT ਦੀ ਡਿਗਰੀ ਇੱਕ ਕੁਆਲਿਟੀ ਗਾਰੰਟੀ ਕਰਦੀ ਹੈ, ਤੇ ਉਹਦੇ ਉਹ ਬਹੁਤ ਸਾਰੇ ਪੈਸੇ ਲੈਣ ਨੇ। ਪਰ ਉਹ ਕਹਿੰਦਾ ਹੈ ਕਿ ਅਗਰ ਮੈਂ ਆਪਣੀ ਕ੍ਰੈਡੈਂਸ਼ੀਅਲਿੰਗ ਕਰਾ ਕੇ ਆਨਲਾਈਨ ਪ੍ਰੂਵ ਕਰ ਦਿਆਂ ਕਿ ਉਹ ਸਟੈਂਡਰਡ ਜਿਹੜਾ MIT ਦਾ ਹੈ ਉਹ ਮੈਂ ਵੀ ਡਿਲੀਵਰ ਕਰਦਾ, ਮੁਫਤ ਕਰਦਾ, ਤੇ ਮੇਰੀ ਕ੍ਰੈਡੈਂਸ਼ੀਅਲਿੰਗ ਜਿਹੜੀ ਹੈ ਉਹ ਵੀ MIT ਤੋਂ ਘੱਟ ਨਹੀਂ ਹੈ। ਬਿਲਕੁਲ। ਉਹ ਕਹਿੰਦਾ ਹੈ ਕਿ ਕੋਈ ਵੀ MIT ਜਾਣ ਦੀ ਉਹਨਾਂ ਨੂੰ ਇੰਨੀ ਲੋੜ ਨਹੀਂ ਹੋਣੀ, ਇੰਨੀ ਲੋੜ ਨਹੀਂ ਆ। ਬਿਲਕੁਲ। ਤੇ EMPLOYERS ਵੀ ਫਿਰ ਉਹਨਾਂ ਦੀ ਚੋਇਸਿਸ ਵੀ ਬਹੁਤ ਹੋ ਜਾਣਗੇ। ਬਿਲਕੁਲ। ਤੇ ਉਹਨੇ ਬਹੁਤ ਹੱਦ ਤੱਕ ਇਹ ਪ੍ਰੂਫ ਕਰਤਾ ਹੈ ਕਿ ਹੁਣ ਮੇਨ ਸਟ੍ਰੀਮ ਸਕੂਲ ਦੀ, ਉਹ ਕਹਿੰਦਾ ਹੈ ਕੀ ਮਜ਼ਾਕ ਹੈ ਕਿ ਤੁਸੀਂ ਇਹ ਸਕੂਲ ਦਾ ਸਿਸਟਮ ਬਣਾਇਆ ਹੈ 12 ਗ੍ਰੇਡ ਦਾ, ਤੇ ਜਿਹਨੂੰ D ਆਉਂਦੀ ਹੈ, D ਮਿਲਦੀ ਹੈ, ਉਹਨੂੰ ਵੀ ਤੁਸੀਂ ਪਾਸ ਕਰ ਦਿੰਦੇ ਹੋ, ਤੇ ਜਿਹਨੂੰ A ਮਿਲ ਉਹਨੂੰ ਵੀ ਪਾਸ ਕਰ ਦਿੰਦੇ ਹੋ, ਤੇ ਜਿਹਨੂੰ ਮਤਲਬ 12 ਸਾਲ D ਮਿਲੇ ਤੇ ਉਹ ਤੇ ਫੈਕਚੁਅਲੀ ਅਨਇੰਪਲੋਏਬਲ ਹੋ ਜਾਂਦਾ, ਉਹਨੂੰ ਕੁਝ ਆਉਂਦਾ ਹੀ ਨਹੀਂ। ਤੇ ਤੁਸੀਂ ਕਿਉਂ ਇਹ ਕਰਦੇ ਹੋ? ਤੁਸੀਂ ਇਸ ਤਰ੍ਹਾਂ ਗਾਰੰਟੀ ਕਰੋ ਕਿ ਹਰ ਬੰਦਾ ਜਾਂ ਸਬਜੈਕਟ ਜਾਣਦਾ ਹੈ ਜਾਂ ਨਹੀਂ ਜਾਣਦਾ। ਬਸ ਤੇ ਉਹਦਾ ਪੇਸ ਫਰਕ ਹੁੰਦਾ ਹੈ, ਤੇ ਤੁਸੀਂ ਆਈਡੈਂਟੀਫਾਈ ਕਰੋ ਕਿ ਉਹਨੂੰ ਕੀ ਚੀਜ਼ ਨਹੀਂ ਸਮਝ ਆ ਰਹੀ, ਉਸ ਤੇ ਗੌਰ ਕਰੋ। ਤੇ ਉਹਨੇ ਇਹ ਸਿਸਟਮ ਕੈਲੀਫੋਰਨੀਆ ਬਹੁਤ ਸਾਰੇ ਸਕੂਲਾਂ ਨੇ ਹੁਣ ਅਪਣਾ ਲਿਆ ਹੈ ਕਿ ਉਹ ਮਤਲਬ ਉਹਦਾ ਜਿਹੜਾ ਉਹਦੀ ਫਿਲਾਸਫੀ ਐਜੂਕੇਸ਼ਨ ਦੀ ਹੈ, ਉਹਦਾ ਜਿਹੜਾ ਖਾਨ ਅਕੈਡਮੀ ਉਹ ਯੂਜ਼ ਹੁੰਦੀ ਹੈ ਸਕੂਲ ਸਿਸਟਮ ਵਿੱਚ ਵੀ। ਜੀ। ਤੇ ਜਿਹੜਾ ਟੀਚਰ ਹੈ, ਜਿਸ ਤਰ੍ਹਾਂ ਮਨਜ਼ੂਰ ਤੁਸੀਂ ਵੀ ਆਪਣੇ ਲੈਕਚਰ ਵਿੱਚ ਕਹਿ ਰਹੇ ਸੀ, ਉਹਦਾ ਰੋਲ ਬਦਲ ਗਿਆ। ਉਹ ਇੱਕ ਕੋਆਰਡੀਨੇਟਿੰਗ ਰੋਲ ਹੁੰਦਾ ਹੈ ਉਹਦਾ, ਤੇ ਡਿਲੀਵਰੀ ਐਜੂਕੇਸ਼ਨ ਦੀ ਹੁੰਦੀ ਹੈ ਆਨਲਾਈਨ। ਤੇ ਉਹ ਬਹਿ ਕੇ ਵੇਖਦਾ ਹੈ ਉਹਨੂੰ, ਮੋਨੀਟਰਿੰਗ ਦੀ ਉਹਦੇ ਕੋਲ ਸੌਫਟਵੇਅਰ ਹੁੰਦੀ ਹੈ ਪ੍ਰੋਵਾਈਡਡ ਬਾਈ ਖਾਨ ਅਕੈਡਮੀ। ਉਹ ਵੇਖਦਾ ਹੈ ਕਿ ਕੌਣ ਸਾ ਬੰਦਾ ਕਿਸ ਚੀਜ਼ ਤੇ ਸਟਰਗਲ ਕਰ ਰਿਹਾ ਹੈ, ਤੇ ਉਹਦਾ ਸੌਫਟਵੇਅਰ ਆਪੇ ਹੀ ਡਿਫਾਈਨ ਕਰਦਾ ਹੈ ਕਿ ਇਹਨੂੰ ਕੀ ਸ਼ੈ ਸਮਝ ਨਹੀਂ ਆ ਰਹੀ, ਕਿਉਂ ਉਹਨੂੰ ਮੁਸ਼ਕਿਲ ਆ ਰਹੀ ਹੈ, ਤੇ ਫਿਰ ਉਹ ਉਸ ਤੇ ਟੀਚਰ ਨੂੰ ਕਹਿੰਦਾ ਜਾ ਕੇ ਇਹਨੂੰ ਇਹ ਪੜ੍ਹਾਓ, ਕਿਉਂਕਿ ਉੱਥੇ ਇਹ ਫਸਿਆ, ਉਹ ਨਹੀਂ ਜਿਹੜਾ ਅੱਜ ਪੜ੍ਹ ਰਿਹਾ ਹੈ, ਮਤਲਬ ਜਿੱਥੇ ਉਹਨੂੰ ਕੋਈ ਸਮਝ ਨਹੀਂ ਆਈ। ਮੇਰਾ ਤੁਸੀਂ ਦੂਜੇ ਪਾਸੇ ਚਲੇ ਗਏ ਹੋ। ਹਾਂ, ਨਹੀਂ ਮੈਂ ਆ ਰਿਹਾ ਹਾਂ, ਬਸ ਇਹ ਮੈਂ ਤੁਹਾਨੂੰ ਦੱਸ ਰਿਹਾ ਸੀ। ਮੈਂ ਥੋੜਾ ਸੌਰੀ, ਮੈਂ ਉੱਥੇ ਡਿਸਟਰੈਕਟ ਹੋ ਗਿਆ। ਮੈਂ ਵਾਪਸ ਤੁਹਾਨੂੰ ਪੇਪਰ ਤੇ ਗੱਲ ਕਰਨਾ, ਅਗਰ ਤੁਸੀਂ ਕੁਝ ਕਹਿਣਾ ਤੇ ਕਹੋ, ਤੇ ਮੈਂ ਫਿਰ ਪੇਪਰ ਤੇ। ਮਤਲਬ ਹੈ ਕਿ ਜਿਹੜਾ ਮਸਲਾ ਜਿਹੜਾ ਮੇਰੇ, ਜਿਸ ਲਈ ਮੈਂ ਤੁਹਾਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਪੜ੍ਹ ਕੇ ਸਮਝਾਓ। ਜੀ। ਤੇ ਉਹਦੇ ਚ ਜਿਹੜੀ ਮੈਨੂੰ ਸਮਝ ਆਈ, ਜੀ ਆਪਣਾ ਉਸ ਪਰਚੇ ਚੋਂ, ਉਹ ਮੈਨੂੰ ਤੇ ਕੋਈ ਇਸ ਤਰ੍ਹਾਂ ਦੀ ਸਮਝ ਆਈ ਸੀ ਕਿ ਜਿਹੜਾ ਕਾਂਸ਼ੀਅਸਨੈਸ ਸੀ, ਕਾਂਸ਼ੀਅਸਨੈਸ ਹੈ, ਇਹ ਮਿਸਾਲ ਦੇ ਤੌਰ ਤੇ ਬੰਦੇ ਦੇ ਐਗਜ਼ਿਸਟੈਂਸ ਤੋਂ ਜਾਂ ਉਹਦੇ ਐਵੋਲੂਸ਼ਨ ਤੋਂ ਬਹੁਤ ਪਹਿਲੇ ਦੀ ਹੈ। ਹਾਂਜੀ, ਮੈਂ ਤੁਹਾਨੂੰ ਦੱਸਣਾ ਕਿ ਉਹ ਇਹਦੀ ਗੱਲ ਸਮਝਾਓ ਨਾ ਸਾਨੂੰ। ਹਾਂਜੀ, ਉਹ ਮੈਂ ਆ ਗਿਆ ਜੀ ਵਾਪਸ। ਮੈਂ ਥੋੜਾ ਜ਼ਿਆਦਾ ਹੀ ਉੱਥੇ ਚਲਾ ਗਿਆ ਸੀ ਉਸ ਦੂਜੀ ਸਬਜੈਕਟ ਤੇ। ਅੱਛਾ ਜੀ, ਉਸ ਪੇਪਰ ਵਿੱਚ ਉਹਦਾ ਜਿਹੜਾ ਕੰਮ ਹੈ ਨਾ, ਉਹ ਹੈ ਕਿ ਉਹ ਕਹਿੰਦਾ ਹੈ ਕਿ ਯਾਰ ਇਹ ਚੀਜ਼ ਮੈਂ ਜਿਹੜੀ ਫਿਜ਼ੀਕਲ ਫਿਨੋਮੇਨਾ ਹੈ, ਉਹਦੇ ਵਿੱਚ ਅਸੀਂ ਕਿਸ ਤਰ੍ਹਾਂ ਇਹ ਕਨਸੈਪਟ ਆਫ ਕੌਨਸ਼ੀਅਸਨੈਸ ਨੂੰ ਡਿਫਾਈਨ ਕਰੀਏ। ਤੇ ਉਸ ਤੇ ਉਹ ਸ਼ੁਰੂ ਕਹਿੰਦਾ, ਉਹ ਕਹਿੰਦਾ ਯਾਰ ਦੋ ਅਪਰੋਚ ਹੁੰਦੀ ਹੈ। ਇੱਕ ਅਪਰੋਚ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲੇ ਲੋਕਾਂ ਦੀ ਹੈ, ਉਹ ਕਹਿੰਦੇ ਕਿ ਜੀ ਕੰਪਿਊਟੇਸ਼ਨਲ ਸੋਫਿਸਟੀਕੇਸ਼ਨ ਕੌਨਸ਼ੀਅਸਨੈਸ ਕ੍ਰੀਏਟ ਕਰਦੀ ਹੈ। ਉਹ ਕਹਿੰਦਾ ਕਿ ਮੈਂ ਡਿਸਐਗਰੀ ਕਰਦਾ ਕਿ ਉਹ ਕਹਿੰਦੇ ਜੀ ਸਾਨੂੰ ਤੁਸੀਂ 4-5 ਬਿਲੀਅਨ ਹੋਰ ਦਿਓ, ਅਸੀਂ ਉਹੀ ਕੰਪਿਊਟੇਸ਼ਨਲ ਐਬਿਲਿਟੀ ਕੰਪਿਊਟਰ ਦੀ ਬਣਾ ਦੇਣੀ ਜਿਹੜੀ ਇਨਸਾਨ ਦੇ ਦਿਮਾਗ ਵਿੱਚ ਹੁੰਦੀ ਹੈ, ਤੇ ਫਿਰ ਕੰਪਿਊਟਰ ਨੂੰ ਵੀ ਕੌਨਸ਼ੀਅਸਨੈਸ ਮਿਲ ਜਾਏਗੀ। ਉਹ ਕਹਿੰਦਾ ਨਹੀਂ, ਇਹ ਗਲਤ ਹੈ। ਉਹ ਕਹਿੰਦਾ ਕੌਨਸ਼ੀਅਸਨੈਸ ਇਜ਼ ਇੰਟ੍ਰਿੰਸਿਕ ਟੂ ਦ ਯੂਨੀਵਰਸ। ਤੇ ਉਹ ਫਿਰ ਉਹਨੇ ਬਹੁਤ ਸਾਰੀ ਚੀਜ਼ਾਂ ਨੂੰ ਐਨਾਲਾਈਜ਼ ਕੀਤਾ ਹੈ, ਤੇ ਉਹ ਪਹਿਲੀ ਚੀਜ਼ ਉਹ ਜਿਹੜਾ ਹੈ ਉਹ ਕਹਿੰਦਾ ਜੀ ਐਨਸਥੀਸੀਆ। ਮੈਂ ਇੱਕ ਐਨਸਥੀਸੀਓਲੋਜਿਸਟ ਹਾਂ, ਤੇ ਉਹਦੇ ਵਿੱਚ ਜਦੋਂ ਅਸੀਂ ਕੰਪਾਊਂਡਸ ਦੇਣ ਐਨਸਥੀਸੀਆ ਦੇ, ਤੇ ਉਹ ਡਿਫਾਈਨ ਕਰਦਾ ਹੈ ਕਿ
ਕਿ ਕਿਉਂ ਇਸ ਤਰ੍ਹਾਂ ਹੁੰਦਾ ਹੈ ਕਿ ਬੰਦੇ ਦੀ ਕੌਨਸ਼ੀਅਸਨੈਸ ਜਿਹੜੀ ਹੈ ਉਹ ਰਹਿੰਦੀ ਹੈ ਪਰ ਮੈਮਰੀ ਤੇ ਉਹਦੀ ਖਤਮ ਹੋ ਜਾਂਦੀ ਹੈ ਤੇ ਸੈਂਸਰੀ ਜਿਹੜੀ ਚੀਜ਼ਾਂ ਉਹ ਖਤਮ ਹੋ ਜਾਂਦੀਆਂ ਕਿਸ ਮਗਰ ਉਹਦੀ ਕੌਨਸ਼ੀਅਸਨੈਸ ਰਹਿੰਦੀ ਹੈ ਕਿਉਂਕਿ ਬ੍ਰੇਨ ਐਕਟੀਵਿਟੀ ਤੇ ਅਸੀਂ ਜੱਜ ਕਰਦੇ ਹਾਂ ਵੇਖਦੇ ਹਾਂ ਕਿ ਬ੍ਰੇਨ ਐਕਟੀਵਿਟੀ ਚੱਲ ਰਹੀ ਹੈ ਪਰ ਉਹਨੂੰ ਕੁਝ ਫੀਲ ਨਹੀਂ ਹੁੰਦਾ ਕੁਝ ਯਾਦ ਨਹੀਂ ਰਹਿੰਦਾ ਤੇ ਉਹਨੇ ਇਹ ਸਾਰੀ ਚੀਜ਼ਾਂ ਤੇ ਰਿਸਰਚ ਕੀਤੀ ਹੈ ਤੇ ਉਹ ਡਿਫਾਈਨ ਕਰ ਰਿਹਾ ਕਿ ਅੱਜ ਕੱਲ ਮੇਰੀ ਫਿਲਹਾਲ ਇਹ ਰਿਸਰਚ ਕਿਸ ਥਾਂ ਤੇ ਪਹੁੰਚੀ ਹੈ ਤੇ ਉਹਦੀ ਰਿਸਰਚ ਇਹ ਕਹਿੰਦੀ ਹੈ ਕਿ ਵੇਖੋ ਜੀ ਇਹ ਜਿਹੜਾ ਨਿਊਰੋਨ ਦਾ ਉਹਨੇ ਸਟਰਕਚਰ ਜਿਹੜਾ ਹੈ ਉਸ ਤੇ ਕੰਮ ਕਰਕੇ ਦੱਸਿਆ ਉਹਨੇ ਕਿਹਾ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੀ ਜਿਹੜੇ ਲੋਕੀ ਹਨ ਉਹ ਕਹਿੰਦੇ ਜੀ ਨਿਊਰੋਨ ਇੱਕ ਬਿਟ ਹੁੰਦਾ ਹੈ ਤੇ ਉਹਨਾਂ ਦੀ ਔਨ ਆਫ ਸਟੇਟ ਹੁੰਦੀ ਉਹ ਕਹਿੰਦਾ ਉਹ ਬਿਲਕੁਲ ਬਿਟ ਨਹੀਂ ਹੁੰਦਾ ਉਹ ਇੱਕ ਸੈੱਲ ਹੈ ਤੇ ਉਹਦੇ ਚ ਬਹੁਤ ਕੰਪਲੈਕਸ ਸਟਰਕਚਰ ਹੈ ਉਹਦੇ ਬਿਲਟ ਇਨ ਇੰਟੈਲੀਜੈਂਸ ਹੈ ਉਹ ਸੈੱਲ ਜਿਹੜਾ ਹੈ ਉਹ ਐਗਜ਼ਾਮਪਲਸ ਉਸ 'ਚ 40 ਬਿਲੀਅਨ ਬਿਟਸ ਕਹਿੰਦਾ ਜੋ ਹਾਂਜੀ ਉਹ ਕਹਿੰਦਾ ਹੈ ਕਿ ਇਹ ਤੇ ਬਹੁਤ ਅੰਡਰ ਐਸਟੀਮੇਟ ਕਰ ਰਹੇ ਨੇ ਉਹ ਕਹਿੰਦਾ ਹੈ ਕਿ ਇਹ ਜਿਹੜੀ ਇੱਕ ਉਹ ਕਹਿੰਦਾ ਜਿਹੜਾ ਮਾਈਕਰੋਟਿਊਬੀਅਲ ਹੈ ਜਿਹੜਾ ਹਰ ਸੈੱਲ ਵਿੱਚ 9 ਹੁੰਦੇ ਨੇ ਉਹਦੇ ਮਾਈਕਰੋਟਿਊਬੀਅਲਸ ਉਹ ਕਹਿੰਦਾ ਹਰ ਇੱਕ ਜਿਹੜਾ ਹੈ ਮਾਈਕਰੋਟਿਊਬੀਅਲ ਉਹ ਅਗਰ ਤੁਸੀਂ ਲੋ ਤੇ 10 to the power of 14 ਹੋਰ ਚਾਹੀਦੇ ਹੁੰਦੇ ਕੰਪਿਊਟੇਸ਼ਨਲ ਟੂ ਗੈਟ ਟੂ ਦ ਲੈਵਲ ਆਫ ਦ ਬ੍ਰੇਨ ਪਰ ਕਹਿੰਦਾ ਉਹ ਵੀ ਬੜਾ ਸਿੰਪਲੀਫਾਈਡ ਫਾਰਮੂਲਾ ਹੈ ਜੀ ਤੇ ਉਹ ਕਹਿੰਦਾ ਇਹਦਾ ਕੌਨਸ਼ੀਅਸਨੈਸ ਨਾਲ ਨਹੀਂ ਤਾਲੁਕ ਇੱਕ ਤੇ ਉਹ ਕਹਿੰਦਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਜਿਹੜੇ ਬਹੁਤ ਅੰਡਰ ਐਸਟੀਮੇਟ ਕਰਦੇ ਨੇ ਇਨਸਾਨ ਦੀ ਬ੍ਰੇਨ ਦੀ ਕੰਪਿਊਟੇਸ਼ਨਲ ਐਲੀਮੈਂਟ ਤੇ ਉਹ ਕਹਿੰਦਾ ਜਿਹੜੀ ਫਿਨੋਮੀਨਨ ਹੈ ਜਿਹੜਾ ਫਿਲਹਾਲ ਫਿਜ਼ੀਕਲ ਐਲੀਮੈਂਟ ਨਾਲ ਕਨੈਕਟ ਨਹੀਂ ਹੁੰਦੇ ਜਿਸ ਤਰ੍ਹਾਂ ਇਨਸਾਨ ਦੀ ਮੈਮਰੀ ਹੁੰਦੀ ਹੈ ਜਿਸ ਤਰ੍ਹਾਂ ਇਨਸਾਨ ਦੀ ਕੌਨਸ਼ੀਅਸਨੈਸ ਹੁੰਦੀ ਹੈ ਇਮੋਸ਼ਨਸ ਹੁੰਦੇ ਨੇ ਇਹਨਾਂ ਨੂੰ ਉਹ ਕਨੈਕਟ ਕਰਨੇ ਦੀ ਕੋਸ਼ਿਸ਼ ਕਰਦਾ ਹੈ ਫਿਜ਼ੀਕਲ ਐਲੀਮੈਂਟਸ ਨਾਲ ਤੇ ਇਹੋ ਹੀ ਸਵਾਲ ਹੈ ਕਿ ਉਹਨੂੰ ਫਿਜ਼ੀਕਲ ਐਲੀਮੈਂਟਸ ਨਾਲ ਕਿਵੇਂ ਉਹ ਕਨੈਕਟ ਕਰਦਾ ਹੈ ਹਾਂ ਉਹ ਕਹਿੰਦਾ ਹੈ ਕਿ ਦੇਖੋ ਜੀ ਇੱਕ ਮੈਂ ਤੁਹਾਨੂੰ ਯਾਦ ਕਰਕੇ ਦੱਸ ਰਿਹਾ ਕਿ ਉਹ ਕਹਿੰਦਾ ਹੈ ਕਿ ਇੱਕ ਮਿੰਟ ਸਰ ਜੀ ਉਹ ਕਿ ਇੱਕ ਜਿਹੜਾ ਸਟਰਕਚਰ ਹੈ ਨਿਊਰੋਨ ਦਾ ਉਹ ਕਹਿੰਦਾ ਹੈ ਕਿ ਉਹਦੀ ਟਰਮੀਨੋਲੋਜੀ ਇਜ਼ ਪੈਰਾਮੀਸੀਅਮ ਸੈੱਲ ਹੁੰਦਾ ਹੈ ਉਹਦੇ ਚ ਮਾਈਕਰੋਟਿਊਬੀਅਲਸ ਹੁੰਦੇ ਅੱਛਾ ਮਾਈਕਰੋਟਿਊਬੀਅਲਸ ਤੇ ਹੁੰਦੇ ਨੇ ਪ੍ਰੋਟੀਨਸ ਮਤਲਬ ਇੱਕ ਟਾਓ ਪ੍ਰੋਟੀਨ ਹੁੰਦਾ ਹੈ ਜਿਹੜਾ ਉਹ ਕਹਿੰਦਾ ਹੈ ਕਿ ਜਿਸ ਤਰ੍ਹਾਂ ਅਸੀਂ ਅਲਜ਼ਾਈਮਰਸ ਤੇ ਰਿਸਰਚ ਕੀਤੀ ਹੈ ਤੇ ਉੱਥੇ ਜਿਹੜਾ ਮਾਈਕਰੋਟਿਊਬੀਅਲਸ ਜਿਹੜੇ ਡਿਸਇੰਟੀਗ੍ਰੇਟ ਕਰਦੇ ਨੇ ਤੇ ਜਿਹੜੇ ਟਾਓ ਸੈਲਸ ਹੁੰਦੇ ਨਾ ਇਹ ਅਲੱਗ ਹੋ ਜਾਂਦੇ ਨੇ ਤੇ ਫਿਰ ਅਲਜ਼ਾਈਮਰਸ ਹੋ ਜਾਂਦੀ ਹੈ ਲੋਕਾਂ ਨੂੰ ਜੀ ਇਹ ਉਹਦੀ ਸਟੇਟ ਹੈ ਤੇ ਉਹ ਡਿਫਾਈਨ ਕਰਦਾ ਹੈ ਕਿ ਜੀ ਹਰ ਜਿਹੜਾ ਉਹਦਾ ਉਹ ਕਹਿੰਦਾ ਹੈ ਜਿਹੜਾ ਮਾਈਕਰੋਟਿਊਬੀਅਲ ਹੈ ਨਾ ਜਿਸ ਤਰ੍ਹਾਂ ਇਨਸਾਨ ਦਾ ਇੱਕ ਸਕੈਲੇਟਲ ਸਟਰਕਚਰ ਹੁੰਦਾ ਹੈ ਉਹ ਕਹਿੰਦਾ ਹੈ ਨਿਊਰੋਨ ਦਾ ਸਕੈਲੇਟਲ ਸਟਰਕਚਰ ਇਹ ਮਾਈਕਰੋਟਿਊਬੀਅਲਸ ਹੁੰਦੇ ਤੇ ਮਾਈਕਰੋਟਿਊਬੀਅਲਸ ਜਿਹੜੇ ਨੇ they are all living cells or in themselves ਤੇ ਉਹਦੀ ਕਮਿਊਨੀਕੇਸ਼ਨ ਹੁੰਦੀ ਹੈ ਟਾਓ ਪ੍ਰੋਟੀਨ ਨਾਲ ਕਿ ਟਾਓ ਪ੍ਰੋਟੀਨ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹ ਚੱਲਦਾ ਹੈ ਅਲੋਂਗ ਮਾਈਕਰੋਟਿਊਬੀਅਲ ਤੇ ਉਹ ਡਿਲੀਵਰ ਕਰਦਾ ਹੈ ਇਨਫੋਰਮੇਸ਼ਨ ਡਿਫਰੈਂਟ ਸਿਨੈਪਸਿਸ ਨੂੰ ਜਿਹੜੇ ਮੈਮਰੀ ਚ ਹੁੰਦੇ ਤੇ ਦੇ ਕਮਿਊਨੀਕੇਸ਼ਨ ਜਿਹੜੀ ਹੁੰਦੀ ਹੈ ਤੇ ਉਹ ਕਹਿੰਦਾ ਉਹਦੇ ਹੋਰ ਵੀ ਮਤਲਬ ਉਹ ਸਟਰਕਚਰ ਵਿੱਚ ਉਹ ਗੱਲ ਕਰਦਾ ਹੈ ਤੇ ਉਹ ਕਹਿੰਦਾ ਹੈ ਕਿ ਜਦੋਂ ਜਿਹੜੀ ਮੈਮਰੀ ਹੈ ਉਹ ਇੱਕ ਖਾਸ ਕਿਸਮ ਦਾ ਉਹ ਮੈਂ ਭੁੱਲ ਗਿਆ ਉਹਦਾ ਨਾਮ ਹੈ ਡੈਂਡਰਾਈਟਸ ਕੀ ਕਹਿੰਦਾ ਹੈ ਉਹਨੂੰ ਖਾਸ ਕਿਸਮ ਸੈੱਲ ਹੈ ਜਿਹੜੇ ਜਿੱਥੇ ਸਟੋਰ ਹੁੰਦੀ ਹੈ ਮੈਮਰੀ ਤੇ ਉਹ ਕਹਿੰਦਾ ਹੈ ਕਿ ਜਦੋਂ ਅਗਰ ਤੁਸੀਂ ਇਹਨੂੰ ਕੁਆਂਟਮ ਕੰਪਿਊਟਿੰਗ ਨਾਲ ਕਨੈਕਟ ਕਰੋ ਕਿਉਂਕਿ ਉਹਦੇ ਚ ਇੱਕ ਕੁਆਂਟਮ ਕੰਪਿਊਟਿੰਗ ਕਿਊਬਿਟਸ ਕਹਿੰਦੇ ਨੇ ਇਨਸਟੈਡ ਆਫ ਬਿਟਸ ਤੇ ਉਹਦੇ ਚ ਇੱਕ ਖਾਸ ਕਿਸਮ ਦੀ ਮੈਂ ਟਰਮੀਨੋਲੋਜੀ ਉਹਦਾ ਭੁੱਲ ਗਿਆ ਇੱਕ ਮਿੰਟ ਉਹਨੂੰ ਕਹਿੰਦੇ ਕਿ ਕੁਆਂਟਮ ਮਕੈਨਿਕਸ ਜਾਂ ਕੁਆਂਟਮ ਫਿਜ਼ਿਕਸ ਵਿੱਚ ਇੱਕ ਹੁੰਦਾ ਹੈ ਡਾਇਪੋਲ ਮੋਮੈਂਟ ਜਿਹਨੂੰ ਕਹਿੰਦੇ ਕਿ ਤੁਸੀਂ ਨਹੀਂ ਡਿਫਾਈਨ ਕਰ ਸਕਦੇ ਕਿ ਇੱਕ ਸਟਰਕਚਰਲ ਇਲੈਕਟ੍ਰੋਨ ਐਟ ਐਨੀ ਵਨ ਟਾਈਮ ਕਿੱਥੇ ਹੁੰਦਾ ਹੈ ਜੀ ਕੈਨ ਬੀ ਹੇਅਰ ਔਰ ਇਟ ਕੈਨ ਬੀ ਦੇਅਰ ਤੇ ਉਹ ਕਹਿੰਦੇ ਕਿ ਇੱਕ ਤੇ ਥਿਉਰੀ ਇਹ ਹੁੰਦੀ ਹੈ ਜਿਹਦੇ ਲਈ ਇਹਨਾਂ ਨੇ ਸਟ੍ਰਿੰਗ ਥਿਉਰੀ ਇਜਾਦ ਕੀਤੀ ਸੀ ਕਿ ਜਿੰਨੇ
ਉਹਦੀ ਪੋਜੀਸ਼ਨਸ ਹੋ ਸਕਦੀਆਂ ਨੇ ਨਾ, ਉਨੇ ਹੀ ਯੂਨੀਵਰਸਿਸ ਪੈਰਲਲ ਚ ਐਗਜ਼ਿਸਟ ਕਰਦੀਆਂ ਨੇ, ਕਿ ਉਹ ਸਾਰੀ ਐਗਜ਼ਿਸਟ ਕਰਦੀਆਂ। ਤੇ ਉਹ ਕਹਿੰਦਾ ਹੈ ਕਿ ਰੋਜਰ ਪੈਨਰੋਜ਼ ਨਾਲ ਅਸਾਂ ਇਹਨੂੰ ਡਿਵੈਲਪ ਕੀਤਾ ਹੈ, ਤੇ ਅਸੀਂ ਕਹਿੰਦੇ ਕਿ ਉਹਦੇ ਚ ਇੱਕ ਸੈਲਫ ਕਰੈਕਟਿੰਗ ਕੈਪੇਬਿਲਿਟੀ ਹੁੰਦੀ ਹੈ ਕਿ ਜਦੋਂ ਉਹ ਸਟੇਟ ਚੋਂ ਆਂਦਾ ਹੈ ਤੇ ਉਹ ਜਿਹੜੀ ਵੀ ਦੂਸਰੀ ਉਹਦੀ ਸਟੇਟਸ ਹੈ ਨਾ, ਉਹ ਮਤਲਬ ਡਿਸਅਪੀਅਰ ਹੋ ਜਾਂਦੀ ਹੈ। ਤੇ ਉਹਨੂੰ ਕਹਿੰਦੇ, ਇਹਨੂੰ ਕਹਿੰਦੇ ਕਿ ਇਲੈਕਟ੍ਰੋਨ ਆਰਬਿਟਲਸ ਇਜ਼ ਡਾਇਪੋਲ ਮੋਮੈਂਟ ਜਿਹਨੂੰ ਕਹਿੰਦੇ। ਉਹ ਹੁੰਦਾ ਹੈ ਕਿ ਜੀ ਉਹਦੀ ਦੋ ਸਟੇਟਸ ਹੁੰਦੀਆਂ ਕਿ ਇਹ ਸਟੇਟ ਜਾਂ ਉਹ ਸਟੇਟ ਚ ਰਹੇ। ਪਰ ਉਹ ਕਹਿੰਦਾ ਹੈ ਕਿ ਉਹ ਕਹਿੰਦਾ ਹੈ ਕਿ ਇਹ ਜਿਹੜੀ ਜਦੋਂ ਉਹ ਇਵੈਂਟ ਹੁੰਦਾ ਹੈ, ਸੈਲਫ ਕਰੈਕਟਿੰਗ, ਉਹਦਾ ਨਾਮ ਹੈ AR, ਉਹਨੂੰ ਕਹਿੰਦਾ ਹੈ ਕਿ ਆਟੋਮੈਟਿਕ ਰਿਡਕਸ਼ਨ ਆਫ ਯੂਨੀਵਰਸਿਸ। ਜਦੋਂ ਉਹ ਹੁੰਦਾ ਹੈ, that is the moment of consciousness, ਕਿ ਉਹਦੇ ਚ ਕੌਨਸ਼ੀਅਸਨੈਸ ਉਸ ਤਰ੍ਹਾਂ। ਫਿਰ ਉਹ ਕਹਿੰਦਾ ਹੈ ਕਿ ਜੀ ਇਹ ਜਿਹੜੀ ਕੌਨਸ਼ੀਅਸਨੈਸ ਹੈ, ਇਹਦਾ ਬੇਸਿਸ ਹੀ ਕੁਆਂਟਮ ਫਿਜ਼ਿਕਸ ਵਿੱਚ ਹੁੰਦਾ ਹੈ, ਕਿ ਉਹ ਜਿਹੜੀ ਸਟੇਟ ਹੁੰਦੀ ਹੈ ਜਿਹਦੇ ਚ ਉਹ ਆਪੇ ਹੀ ਡਿਫਾਈਨ ਕਰਦਾ ਹੈ ਕਿ ਵੇਅਰ ਇਜ਼ ਦੈਟ ਫਾਈਨਲ ਲੋਕੇਸ਼ਨ, ਉਹਦੇ ਚ ਉਹਨੂੰ ਕਨੈਕਟ ਕਰਦਾ ਹੈ ਇਸ ਕਨਸੈਪਟ ਨੂੰ ਕੌਨਸ਼ੀਅਸਨੈਸ। ਉਸ ਪੁਆਇੰਟ ਤੇ ਫਿਰ ਉਹ ਜਿਹੜਾ ਵੇਵ ਫੰਕਸ਼ਨ ਹੈ ਉਹ ਕੋਲੈਪਸ ਹੁੰਦਾ। ਹਾਂਜੀ, ਠੀਕ ਹੈ, ਸਹੀ ਕਹਿੰਦੇ ਹੋ ਤੁਸੀਂ। ਤੇ ਉਹ ਜਿਹੜਾ ਹੈ ਨਾ ਉਹਦੀ, ਪਰ ਉਹਦੇ ਚ ਉਹ ਕਹਿੰਦਾ ਹੈ ਕਿ ਮੇਰਾ ਹਾਈਪੋਥੇਸਿਸ ਵੀ ਹੈ ਕਿ ਉਹ ਲੈਂਦਾ ਹੈ ਬੇਸਿਕ ਸੈਲਸ ਜਿਹੜੇ ਬਹੁਤ ਸ਼ੁਰੂ ਵਿੱਚ, ਲੌਂਗ ਬਿਫੋਰ ਉਹਦੇ ਚ ਕੋਈ ਮਤਲਬ ਕੰਪਿਊਟੇਸ਼ਨਲ ਐਬਿਲਿਟੀ ਸੀ। ਤੇ ਉਹ ਕਹਿੰਦਾ ਹੈ ਜਿਹੜੇ ਸੈਲਸ ਸਨ, ਇਹਨਾਂ ਨੂੰ ਪਤਾ ਸੀ ਕਿ ਕਿਸ ਤਰ੍ਹਾਂ ਨਰਿਸ਼ਮੈਂਟ ਲੈਣੀ ਹੈ ਮੈਂ ਆਪਣੇ ਲਈ, ਜੀ ਕਿਸ ਤਰ੍ਹਾਂ ਮੈਂ ਆਪਣੇ ਆਪ ਨੂੰ ਮਲਟੀਪਲਾਈ ਕਰਨਾ ਹੈ। ਉਹ ਕਹਿੰਦਾ ਹੈ ਕਿ ਅੰਡਰਲਾਈਂਗ ਕਨਸੈਪਟ ਹੈ ਪਲੇਜ਼ਰ ਦਾ, ਜਿੱਥੇ ਤੇ ਉਹ ਇਹ ਬਿਲਕੁਲ ਕਹਿੰਦਾ ਸਪੈਕੂਲੇਸ਼ਨ ਹੈ। ਬਹੁਤ ਸਾਰੇ ਫਿਜ਼ਿਸਿਸਟ ਕਹਿੰਦੇ ਕਿ ਬੜਾ ਸਿੰਪਲ ਐਕਸਪਲੇਨੇਸ਼ਨ ਹੈ, ਉੱਥੇ ਵੀ ਬਹੁਤ ਕੰਪਲੈਕਸਿਟੀ ਹੈ, ਪਰ ਫਿਲਹਾਲ ਕਹਿੰਦੇ ਕਿ ਚਲੋ ਜੀ ਕਿਉਂ ਹੈ ਇਹ ਜਿਹੜਾ ਸੈਲ ਸਟਰਕਚਰ ਹੈ, ਇਹਦੇ ਚ ਕਿਸ ਤਰ੍ਹਾਂ ਸੈਲਫ ਸਸਟੇਨੇਬਿਲਿਟੀ ਤੇ ਰਿਸਕ ਅਵੋਇਡੈਂਸ ਤੇ ਸੈਲਫ ਰੈਪਲੀਕੇਸ਼ਨ, ਇਹ ਕਿਸ ਤਰ੍ਹਾਂ ਇਹ ਕੈਪੇਬਿਲਿਟੀਜ਼ ਉਹਦੇ ਕੋਗਨੀਟਿਵ ਐਬਿਲਿਟੀਜ਼ ਉਹਦੇ ਚ ਬਿਲਟ ਇਨ ਹੈ। ਤੇ ਉਸ ਤੇ ਉਹ ਕਹਿੰਦਾ ਕਿ ਅਭੀ ਫਿਲਹਾਲ ਸਾਨੂੰ ਨਹੀਂ ਪਤਾ, ਪਰ ਮੇਰੀ ਇਹ ਸਪੈਕੂਲੇਸ਼ਨ ਹੈ ਕਿ ਸੈਲ ਚਾਹੁੰਦਾ ਹੈ ਕਿ ਮੈਨੂੰ ਜਿਸ ਚੀਜ਼ ਖੁਸ਼ੀ ਮਿਲੇ ਮੈਂ ਉਹ ਕਰਾਂ। ਸੈਕਸ ਵਿੱਚ ਮੈਨੂੰ ਖੁਸ਼ੀ ਮਿਲੇ ਤੇ ਮੈਂ ਮਲਟੀਪਲਾਈ ਕਰਨਾ, ਤੇ ਭੁੱਖ ਮੇਰੀ ਜਾਏ ਤੇ ਮੈਂ ਇਸ ਤਰ੍ਹਾਂ ਨਰਿਸ਼ਮੈਂਟ ਲੱਭਣਾ, ਤੇ ਮੈਨੂੰ ਮਰਨ ਦਾ ਵੀ ਸ਼ੌਕ ਨਹੀਂ ਹੈ ਤੇ ਮੈਂ ਰਿਸਕ ਅਵੋਇਡੈਂਸ ਕਰਦਾ, ਕਿਉਂਕਿ ਉਹਦੇ ਬੇਸਿਕ ਕਨਸੈਪਟ ਆਫ ਪਲੇਜ਼ਰ ਹੈ। ਤੇ ਉਹ ਕਹਿੰਦੇ ਸੌਰੀ, ਹਾਂਜੀ ਹਾਂਜੀ, ਸੋ ਮਨਜ਼ੂਰ ਉਹਦਾ ਫਿਰ ਉਹੀ ਬਣਦਾ ਹੈ ਕਿ ਤੁਸੀਂ ਦੱਸੋ ਇਹ ਤੁਸੀਂ ਬਾਕੀ ਬੱਚੇ ਕਿਵੇਂ, ਸਭ ਠੀਕ ਹੈ? ਆਪਣਾ ਜਸਪਾਲ ਜੀ ਤੁਸੀਂ ਆਪਣਾ ਮਾਈਕ ਬੰਦ ਕਰ ਲਓ। ਆਹੋ ਮੈਂ ਉਧਰ ਦੇਖਿਆ, ਮੈਂ ਕਿਹਾ ਚਾਚਾ ਜੀ ਨੂੰ ਲੱਗਦਾ। ਹਾਂ ਨਹੀਂ, ਤੁਸੀਂ ਮਾਈਕ ਬੰਦ ਕਰ ਲਓ ਨਾ। ਅੱਛਾ, ਨਹੀਂ ਮੈਂ ਤੁਹਾਨੂੰ ਪੁੱਛ ਰਿਹਾ ਆਬਲ ਜੀ ਕਿ ਇਹ ਜਿਹੜੀ ਥਿਊਰੀ ਹੈ, ਇਹ ਜੈਨੇਟਿਕਸ ਥਿਊਰੀ ਤੋਂ ਕਿਵੇਂ ਮੁੱਖ ਹੈ? ਜੈਨੇਟਿਕਸ ਦਾ ਮੈਨੂੰ ਨਹੀਂ ਜ਼ਿਆਦਾ ਪਤਾ, ਪਰ ਉਹ ਜਿਹੜੀ ਮੈਂ ਡਾਰਵਿਨ, ਤੁਸੀਂ ਡਾਰਵਿਨ ਦੀ ਗੱਲ ਕਰ ਰਹੇ ਹੋ? ਨਹੀਂ, ਜਿਹੜੀ ਲੇਟੈਸਟ ਕਿਤਾਬ ਹੈਗੀ ਹੈ ਜੀਨ ਦਾ ਜੀਨ, ਉਹਦੇ ਵਿੱਚ ਉਹ ਵੀ ਇਹੋ ਹੀ ਉਹਦਾ ਹੈ ਕਿ ਬੇਸਿਕਲੀ ਇਹ ਜਿਹੜਾ ਸਾਰਾ ਜਿਹੜੀ ਹਿਊਮਨ ਐਕਟੀਵਿਟੀ ਹੈ ਜਾਂ ਜਿੰਨੀ ਵੀ ਐਕਟੀਵਿਟੀ ਹੈ, ਇਹ ਬੇਸਿਕਲੀ ਜੀਨ ਆਪਣੇ ਆਪ ਨੂੰ ਪ੍ਰੀਜ਼ਰਵ ਕਰਨ ਲਈ ਕਰਦਾ ਹੈ। ਹਾਂਜੀ, ਮਗਰ ਜੀਨ ਜਿਹੜਾ ਹੈ ਨਾ, ਉਹਦੀ ਅੰਡਰਲਾਈਂਗ ਦੁਨੀਆ ਵਿੱਚ ਹਰ ਚੀਜ਼ ਜਿਹੜੀ ਹੈ, ਹਰ ਚੀਜ਼ ਉਹਦੀ ਅੰਡਰਲਾਈਂਗ ਸਟੇਟ ਜਿਹੜੀ ਹੈ ਨਾ, ਉਹ ਹੈ ਕੁਆਂਟਮ ਸਟੇਟ। ਉਹ ਕੁਆਂਟਮ ਫਿਜ਼ਿਕਸ ਜਿਹੜੀ ਹੈ ਨਾ, ਉਹ ਐਲੀਮੈਂਟਰੀ ਪਾਰਟੀਕਲਸ ਤੋਂ ਬਿਲਡ ਹੁੰਦੀ ਹੈ।
ਤੇ ਐਲੀਮੈਂਟਰੀ ਖਾਓ, ਜੀਨ ਹੋਏ ਖਾਓ, ਸੈੱਲ ਹੋਏ, ਜੋ ਵੀ ਤੁਸੀਂ ਜੈਨੇਟਿਕਸ ਵਿੱਚ ਟਰਮੀਨੋਲੋਜੀ ਯੂਜ਼ ਕਰਦੇ ਹੋ, ਉਹ ਵੀ ਲਾਜ਼ ਆਫ ਫਿਜ਼ਿਕਸ ਨੂੰ ਕੰਪਲਾਈ ਕਰਦੀ ਹੈ। ਅੱਛਾ, ਹੁਣ ਇਹਦੇ ਤੇ ਜ਼ਰਾ ਟੈਕਨੀਕਲ ਸਾਈਡ ਤੋਂ ਇੱਕ ਹੋਰ ਤਰ੍ਹਾਂ ਦੇਖੀਏ ਇਹਨੂੰ ਕਿ ਕਿਆ ਨੂਰ ਸਾਹਿਬ ਜੀ ਮੈਂ ਨਾਲ ਹਾਂ ਡਾਕਟਰ ਸਾਹਿਬ ਤੁਹਾਡੇ। ਅੱਛਾ, ਮੈਂ ਕਿਹਾ ਤੁਹਾਨੂੰ ਤੁਸੀਂ ਸਮਝ ਨਹੀਂ ਜੀ, ਮੈਂ ਸੁਣ ਰਿਹਾ। ਮੈਂ ਤਾਂ ਜੀ ਮਤਲਬ ਮੈਂ ਤਾਂ ਕਾਫੀ ਸਾਰਾ, ਮੇਰੇ ਲਈ ਤੇ ਨਵਾਂ ਸਬਜੈਕਟ ਨੇ ਜੀ। ਸਾਰੇ ਅਸੀਂ ਤੇ ਸਾਇੰਸ ਦੇ ਇਸ ਤਰ੍ਹਾਂ ਸਟੂਡੈਂਟਸ ਨੇ ਸਾਨੂੰ ਜੀ। ਅੱਛਾ, ਹੁਣ ਇਹ ਹੈ ਕਿ ਆਵਦ ਇਹਦੇ ਨਾਲ ਇੱਕ ਜਿਹੜਾ ਇੱਕ ਆਮ ਬੰਦੇ ਦਾ ਸਵਾਲ ਹੋਏਗਾ ਜੀ ਯਾਨੀ ਜਿਵੇਂ ਮੈਂ ਨਾਨ ਸਾਇੰਟਿਸਟ ਹਾਂ ਜੀ, ਤੇ ਮੇਰਾ ਇਹ ਸਵਾਲ ਹੋਏਗਾ ਕਿ ਕਿਆ ਇਹਦੇ ਨਾਲ ਇਹ ਸਾਬਤ ਹੋ ਗਿਆ ਹੈ ਕਿ ਜਿਹੜੀ ਕੌਨਸ਼ੀਅਸਨੈਸ ਹੈ, ਹਾਂਜੀ, ਇਹ ਕੌਨਸ਼ੀਅਸਨੈਸ ਵੀ ਬਾਕੀ ਯੂਨੀਵਰਸ ਦੀ ਤਰ੍ਹਾਂ ਕੌਨਸ਼ੀਅਸਨੈਸ ਵੀ ਇੱਕ ਫਿਜ਼ੀਕਲ ਫਿਨੋਮੇਨਾ ਹੈ ਜਿਹਨੂੰ ਫਿਜ਼ੀਕਲ ਤਰੀਕੇ ਦੇ ਨਾਲ ਐਨਾਲਾਈਜ਼ ਕੀਤਾ ਜਾ ਸਕਦਾ ਹੈ। ਮੈਂ ਕਹਿੰਦਾ ਕਿ ਸਾਬਿਤ ਨਹੀਂ ਹੋਇਆ ਹੈ, ਪਰ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਜਿਹੜੀ ਐਕਸਪਲੇਨੇਸ਼ਨਸ scientific explanations at the end based on quantum physics, they are the most convincing explanation to date ਕਿ ਇਹਦੀ consciousness ਦੀ origin ਤੇ ਬਾਕੀ ਜਿਹੜੀ theories ਹੈ ਉਹ ਬਿਲਕੁਲ provable ਨਹੀਂ ਹੈ ਤੇ ਬੜੀ speculation ਹੈ। ਤੇ ਅਗਰ ਅਸਾਂ ਪਹੁੰਚਣਾ ਹੈ ਉਸ ਥਾਂ ਤੇ ਜਿੱਥੇ ਅਸੀਂ ਕਹਿ ਸਕਦੇ ਹਾਂ ਜੀ it's proven ਕਿ ਜੀ consciousness is part of the universe, ਤੇ ਫਿਲਹਾਲ ਸਭ ਤੋਂ promising theories ਜਿਹੜੀ ਨੇ ਉਹ ਕਹਿੰਦੀ ਹੈ ਕਿ ਜੀ quantum physics is the basis of consciousness। ਉਸ ਤੇ ਬਹੁਤ ਸਾਰੀ ਪੈਨਰੋਜ਼ ਕਹਿੰਦਾ ਨਾ ਕਿ ਜਿਹੜੇ ਪਾਰਟੀਕਲਸ ਹੈਗੇ ਆ in their fundamental state, ਜੀ ਉਹ ਹੈਗੇ ਪ੍ਰੋਟੋ ਕੌਨਸ਼ੀਅਸ। ਜੀ ਉਹ ਯੂਜ਼ ਕਰਦਾ ਬਹੁਤ ਚੰਗਾ, ਉਹ ਕਰਦਾ ਟਰਮ ਯੂਜ਼ ਪ੍ਰੋਟੋ ਕੌਨਸ਼ੀਅਸਨੈਸ। ਯਾ ਤੇ ਉਹ ਫਿਰ ਜਦੋਂ ਫਿਰ ਕੰਬਾਈਨ ਹੁੰਦੇ ਆ ਤੇ ਉਹ ਕੀ ਕਹਿੰਦੇ, ਉਹ ਵੇਵ ਫੰਕਸ਼ਨ ਕੋਲੈਪਸ ਕਰਦਾ ਜੀ। ਉਦੋਂ ਫਿਰ ਕਿਉਂਕਿ ਜਿਹੜੀ ਡੇ ਟੂ ਡੇ ਜਿਹੜੀ ਸਾਡੀ ਰਿਐਲਿਟੀ ਹੈ ਇਹ ਤਾਂ ਇਟਸ ਬੇਸਡ ਔਨ ਕਲਾਸਿਕਲ ਫਿਜ਼ਿਕਸ। ਹਾਂਜੀ, ਠੀਕ ਹੈ ਨਾ। ਹਾਂਜੀ, ਮੈਕਰੋ ਲੈਵਲ ਤੇ ਕਲਾਸਿਕਸ। ਹਾਂ, ਪਰ ਜਿਹੜੀ ਰਿਐਲਿਟੀ ਹੈਗੀ ਆ ਉਹ ਹੈਗੀ ਆਪਣੀ ਕੀ ਕਹਿੰਦੇ ਉਹ ਕੁਆਂਟਮ ਲੈਵਲ ਤੇ। ਹਾਂਜੀ, ਫਿਰ ਕਹਿੰਦਾ ਉਦੋਂ ਵੇਵ ਫੰਕਸ਼ਨ ਕੋਲੈਪਸ ਕਰਕੇ ਕਿਉਂਕਿ ਜਿਹੜੇ ਪਾਰਟੀਕਲਸ ਹੈ ਉਹ ਪ੍ਰੋਟੋ ਕੌਨਸ਼ੀਅਸ ਹੈਗੇ। ਹਾਂਜੀ। ਅੱਛਾ, ਤੁਸੀਂ ਮੈਨੂੰ ਇਹ ਦੱਸੋ, ਦੋਵੇਂ ਹੀ ਤੁਸੀਂ ਵੀ ਪੇਪਰ ਪੜ੍ਹਿਆ, ਮੈਂ ਵੀ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਉਹ 2-3 ਜਗ੍ਹਾ ਤੇ ਹਿੰਟ ਕਰਦਾ ਹੈ ਈਸਟਰਨ ਫਿਲਾਸਫੀਜ਼ ਵੱਲ, ਕਿ ਈਸਟਰਨ ਫਿਲਾਸਫੀ ਦੇ ਵਿੱਚ ਇਹ ਕਨਸੈਪਟ ਹੈ ਸੀ, ਤੇ ਉਹਦਾ ਕੀ ਮਤਲਬ ਹੈ? ਉਹ ਕਹਿੰਦਾ ਹੈ ਕਿ ਉਹ ਕਨੈਕਟ ਕਰਦਾ ਹੈ ਨਾ ਕਿ ਮਤਲਬ ਹਿਸਟੋਰਿਕਲੀ ਜਿਹੜੇ ਫਿਲੋਸਫਰਸ ਤੇ ਨਾ ਉਹ ਕਹਿੰਦੇ ਸਾਰੇ ਜਿਹੜੇ ਪ੍ਰੋਫੈਸ਼ਨਸ ਹੈ ਉਹਨੇ ਗਿਣਾਏ ਕਿ ਜਿਹੜੇ ਐਡਰੈਸ ਕਰਦੇ ਨੇ ਇਸ਼ੂ, ਉਹ ਕਹਿੰਦੇ ਜੀ ਡਾਕਟਰਸ ਕਰਦੇ ਤੇ ਨਿਊਰੋ ਸਾਇੰਟਿਸਟ ਕਰਦੇ ਤੇ ਬਾਇਓਲੋਜਿਸਟ ਕਰਦੇ ਤੇ ਫਿਲੋਸਫਰ ਤੇ ਸਾਰਿਆਂ ਨੂੰ ਮਿਊਜ਼ੀਸ਼ੀਅਨਸ ਜਿਹਨਾਂ ਨੂੰ ਉਹਨੇ ਕਿਹਾ ਜੀ ਸਾਰੇ ਜਿਹੜੇ ਡਿਫਰੈਂਟ ਪਰਸਪੈਕਟਿਵਸ ਤੋਂ ਆਉਂਦੇ ਨੇ ਇਸ ਬੇਸਿਕ ਕੁਐਸਚਨ ਦੇ ਵੱਲ। ਤੇ ਉਹ ਕਹਿੰਦਾ ਹੈ ਕਿ ਹਾਂ ਜੀ ਈਸਟਰਨ ਜਿਹੜੀ ਫਿਲੋਸਫੀਜ਼ ਹੈ ਨਾ ਉਹ ਤਾਂ ਕਹਿੰਦੇ ਕਿ ਕੌਨਸ਼ੀਅਸਨੈਸ ਇਜ਼ ਐਵਰੀਵੇਅਰ। ਤੇ ਫਿਰ ਉਹ ਗ੍ਰੀਕਸ ਦੀ ਗੱਲ ਕਰਦਾ, ਉਹ ਕਹਿੰਦੇ ਨਹੀਂ ਜੀ, ਉਹ ਤੇ ਕਹਿੰਦਾ ਕਿ ਸਾਰੀ ਕੌਨਸ਼ੀਅਸਨੈਸ ਇਜ਼ ਇਨ ਯੋਰ ਥਿੰਕਿੰਗ, ਤੇ ਅਗਰ ਤੁਸੀਂ ਜਿਹੜੀ ਦੁਨੀਆ ਆਊਟਸਾਈਡ ਯੋਰ ਥਿੰਕਿੰਗ ਐਗਜ਼ਿਸਟ ਹੀ ਨਹੀਂ ਕਰਦੀ। ਹਾਂ, ਲੇਕਿਨ ਇਹ ਤਾਂ ਗੱਲ ਸਹੀ ਹੈ ਕਿ ਜਿਹੜੀ ਈਸਟਰਨ ਫਿਲਾਸਫੀ ਹੈ ਉਹਦੇ ਵਿੱਚ ਤੇ ਕੌਨਸ਼ੀਅਸਨੈਸ ਨੂੰ ਓਮਨੀਪੋਟੈਂਟ ਸਮਝਿਆ ਜਾਂਦਾ ਹੈ। ਉਹਨੇ ਰਿਫਰ ਬਸ ਕੀਤਾ ਹੈ ਰੈਫਰੈਂਸ ਲਈ, ਪਰ ਉਹਦੇ ਨਾਲ ਕੋਈ ਉਹਨੇ ਮਤਲਬ ਜੋੜਨੇ ਦੀ ਨਹੀਂ ਕੋਈ ਕੋਸ਼ਿਸ਼ ਕੀਤੀ। ਅੱਛਾ ਸੀ ਕਿ ਇਹ ਐਗਜ਼ਿਸਟ ਕਰਦੇ ਡਿਫਰੈਂਟ ਵਿਊਜ਼ ਆਫ ਕੌਨਸ਼ੀਅਸਨੈਸ। ਅੱਛਾ, ਦੇਖੋ ਜੀ ਕਾਫੀ ਜਿਹੜੇ
ਫਿਲਸੋਫੀਕਲ ਡੈਲੀਬਰੇਸ਼ਨ ਹੈਗੀਆਂ ਕਈ ਆਪਣੇ ਸਬਕੰਟੀਨੈਂਟ ਤੇ ਚਾਈਨਾ 'ਚ ਵੀ। ਉਹ ਮੈਟਰ ਤੇ ਐਨਰਜੀ ਤੇ ਕੌਨਸ਼ੀਅਸਨੈਸ ਕੋਈ ਬਾਹਲਾ ਫਰਕ ਨਹੀਂ ਸਮਝਦੇ। ਉਹ ਕਹਿੰਦੇ ਇਹ ਆਪਸ 'ਚ ਇੰਟਰਚੇਂਜੇਬਲ ਹੈਗੇ। ਹਾਂ ਬਿਲਕੁਲ। ਤੇ ਯੂਰਪੀਅਨ ਫਿਲਾਸਫੀ ਦੇ ਵਿੱਚ ਇਹ ਦੁਫੇੜ ਬਹੁਤ ਚਿਰ ਪਿਆ ਰਿਹਾ, ਪਰ ਜਿਹੜੀ ਸੋਸ਼ਲ ਕੌਨਸ਼ੀਅਸਨੈਸ ਤੇ ਸੋਸ਼ਲ ਕੰਡੀਸ਼ਨਸ ਦਾ ਜਿਹੜਾ ਰਿਲੇਸ਼ਨਸ਼ਿਪ ਉਹ ਪਹਿਲਾਂ ਮਾਰਕਸ ਨੇ ਸੋਲਵ ਕੀਤਾ। ਠੀਕ। ਪਰ ਫਿਜ਼ਿਸਿਸਟ ਨੇ ਇਹਨੂੰ ਹਾਲ ਤਾਂ ਹੀ ਨਹੀਂ ਸੋਲਵ ਕੀਤਾ। ਹੁਣ ਹੌਲੀ ਹੌਲੀ ਜਿੱਕੋ ਤੁਸੀਂ ਉਹਦਾ ਕਿਹੜਾ ਸ਼ਰੋਡਿੰਗਰ ਦੀ ਇੱਕ ਕਿਤਾਬ ਹੈਗੀ ਆ ਵਾਟ ਇਜ਼ ਲਾਈਫ, ਉਹ ਵੀ ਇਸ ਵੱਲ ਹਿੰਟ ਕਰਦਾ। ਨੀਲਸ ਬੋਰ ਵੀ ਇਸ ਵੱਲ, ਜਿਹੜੇ ਫਾਊਂਡਰਸ ਆਫ ਕੁਆਂਟਮ ਮਕੈਨਿਕਸ ਹੈ ਨਾ, ਉਹ ਸਾਰੇ 100-150 ਸਾਲ ਪੁਰਾਣੀ ਗੱਲ ਹੈ ਮਨਜ਼ੂਰ ਕਿ ਲੋਕੀ ਜਿਹੜੇ ਸਨ, ਜਿਹੜੀ ਇਨੀਸ਼ੀਅਲ ਕੁਆਂਟਮ ਮਕੈਨਿਕਸ ਕੁਆਂਟਮ ਫਿਜ਼ਿਕਸ ਵਿੱਚ ਉਹਨੇ ਕੰਮ ਕੀਤਾ ਹੈ, ਉਹ ਵੀ ਇਹ ਕੁਐਸਚਨ ਨੂੰ ਐਡਰੈਸ ਕਰ ਰਹੇ ਜਿਹੜੇ ਜਸਵਾਲ ਹੁਣ ਗੱਲ ਕਰ ਰਹੇ। ਨਹੀਂ ਮਸਲਾ ਉਹਨਾਂ ਵਿੱਚੋਂ ਜਿਹੜੇ ਵੈਸਟਰਨ ਫਿਲਾਸਫਰਸ ਨੇ ਉਹਨਾਂ ਵਿੱਚੋਂ ਸਪੀਨੋਜ਼ਾ ਤੇ ਉਹੀ ਗੱਲ ਕਰਦਾ ਹੈ ਜਿਹੜੀ ਈਸਟਰਨ ਕਰਦੇ ਨੇ। ਜੀ ਜੀ ਜੀ, ਸਬਸਟੈਂਸ ਦੀ ਗੱਲ। ਹਾਂਜੀ, ਸਬਸਟੈਂਸ ਦੀ ਗੱਲ ਜਿਹੜੀ ਕਰਦਾ ਨਾ ਸਪੀਨੋਜ਼ਾ। ਬਿਲਕੁਲ, ਕਿ ਮਤਲਬ ਇਹ ਹੈ ਕਿ ਇਹ ਜਿਹੜਾ ਖੁਦਾ ਹੈ ਇਹ ਸਾਰਾ ਯੂਨੀਵਰਸ ਹੀ ਖੁਦਾ ਹੈ ਬੇਸਿਕਲੀ। ਜੀ, ਕਿਉਂਕਿ ਔਰ ਇਸੇ ਵਾਸਤੇ ਸਪੀਨੋਜ਼ਾ ਦੀ ਫਾਲੋਇੰਗ ਜਿਹੜੀ ਹੈ ਉਹ ਵੀ ਜਿਹੜੀ ਕਾਫੀ ਮਜ਼ਬੂਤ ਸੀਗੀ। ਜਿਵੇਂ ਗੋਇਟੇ ਉਹਨੂੰ ਬਹੁਤ ਵੱਡਾ ਪੀਰ ਮੰਨਦਾ ਸੀ, ਆਇਨਸਟਾਈਨ ਤੇ ਕਹਿੰਦਾ ਸੀਗਾ ਕਿ ਜੀ ਮੈਂ ਅਗਰ ਕਿਸੇ ਨੂੰ ਮੰਨਣਾ ਤੇ ਮੈਂ ਤਾਂ ਸਿਰਫ ਸਪੀਨੋਜ਼ਾ ਨੂੰ ਮੰਨਣਾ ਹੈ ਐਜ਼ ਏ ਫਿਲਾਸਫਰ। ਸੀ ਸ਼ੈਵ ਸੰਪਰਦਾਇ ਦੀ ਇੱਕ ਟੈਕਸਟ ਹੈਗੀ ਆ, ਉਹ ਹੈਗੀ ਸਪੰਦਨ ਸ਼ਾਸਤਰ, ਜਾਂ ਤੇ ਉਹ ਤੇ ਕਮੈਂਟਰੀਜ਼ ਬਹੁਤ ਹੈਗੀਆਂ। ਸਪੰਦਨ ਕਾਰਿਕਾ, ਉਹਦੇ ਵਿੱਚ ਤਾਂ ਉਹ ਕਹਿੰਦੇ ਆ ਕਿ ਜਿਹੜਾ ਯੂਨੀਵਰਸ ਦੀ ਜਿਹੜੀ ਫਾਊਂਡੇਸ਼ਨ ਹੈ ਉਹ ਸਪੰਦਨ ਜਾਂ ਵਾਈਬ੍ਰੇਸ਼ਨ ਹੈ। ਤੇ ਉਹਦੇ ਵਿੱਚ ਹੁਣ ਕੁਆਂਟਮ ਜਿਹੜੇ ਫਿਜ਼ਿਸਿਸਟ ਆ ਉਹਨਾਂ ਦਾ ਕਾਫੀ ਇੰਟਰਸਟ ਹੈ। ਨਹੀਂ, ਮੈਂ ਸਿਰਫ ਪੁਆਇੰਟ ਆਊਟ ਕਰ ਰਿਹਾ ਸਾਂ ਕਿ ਜਿਹੜੀ ਪ੍ਰਵੇਲਿੰਗ ਜਿਹੜੀ ਡੋਮੀਨੇਟ ਕਰ ਗਈ ਵੈਸਟਰਨ ਫਿਲਾਸਫੀ, ਉਹ ਰੈਸ਼ਨਲਿਜ਼ਮ ਦੀ, ਉਹ ਵੀ ਕਰ ਗਈ, ਲੇਕਿਨ ਉਹਦੀ ਜਿਹੜੀ ਦੂਸਰੀ ਸਾਈਡ ਸੀ ਜਿਹੜੀ ਸਪੀਨੋਜ਼ਾ ਵਗੈਰਾ ਕਰ ਰਹੇ ਸਨ, ਉਹ ਬਿਲਕੁਲ ਮਤਲਬ ਉਹ ਸਾਡੇ ਵਿਚਾਰ ਨਾਲ ਮਿਲਦੀ ਸੀਗੀ। ਜੀ ਜੀ ਜੀ। ਚਲੋ ਜੀ, ਠੀਕ ਹੋ ਗਿਆ। ਤੇ ਫਿਰ ਹੁਣ ਮੇਰੇ ਖਿਆਲ ਇੱਥੇ ਹੁਣ ਬਹਿਸ ਨੂੰ ਰੋਕ ਦਈਏ ਤੇ ਅਗਲੀ ਵਾਰੀ ਫੇਰ ਕਰਾਂਗੇ। ਚਲੋ ਜੀ। ਪਰ ਸਰ ਜੀ ਇੱਕ ਤੁਸੀਂ ਤੇ ਦੱਸੋ ਮੈਨੂੰ ਕਿ ਜਿਹੜਾ ਤੁਹਾਡਾ ਇੰਟਰਸਟ ਹੈ ਇਹਦੇ ਲਈ ਤੁਸੀਂ ਇਹ ਸਬਜੈਕਟ ਨੂੰ ਐਕਸਪਲੋਰ ਕਰ ਰਹੇ ਹੋ, ਤੇ ਮੈਨੂੰ ਤੇ ਬਹੁਤ ਐਕਸਾਈਟਿੰਗ ਲੱਗਦਾ ਹੈ ਕਿ ਤੁਸੀਂ ਇਸ ਚੀਜ਼ਾਂ ਨੂੰ ਕਨੈਕਟ ਕਰ ਰਹੇ ਹੋ ਡਾਇਲੈਕਟਿਕਸ ਨਾਲ ਤੇ ਮਾਰਕਸਿਜ਼ਮ ਦੀ ਥਿਊਰੀਜ਼ ਨਾਲ। ਤੁਸੀਂ ਫਿਲਹਾਲ ਕਿਸ ਨਤੀਜੇ ਤੇ ਪਹੁੰਚੇ ਹੋ ਕਿ ਅਗਰ ਤੁਸੀਂ ਕਿਸੇ ਚੀਜ਼ ਉਹ ਥਿਊਰੀਆਂ ਨੂੰ ਅਗਰ ਇਵੋਲਵ ਕਰਨਾ ਚਾਹੁੰਦੇ ਹੋ ਤੇ ਤੁਸੀਂ ਫਿਲਹਾਲ ਕੀ ਕਹੋਗੇ ਉਹਦੇ ਬਾਰੇ? ਮੇਰੀ ਜਿਹੜੀ ਮੇਰੀ ਇਨਕੁਆਇਰੀ ਸੀ ਔਰ ਹੈ ਉਹ ਇਹ ਹੈ ਕਿ ਮੈਂ ਕੋਈ ਮਾਰਕਸਿਜ਼ਮ ਨੂੰ ਜਾਂ ਮਾਰਕਸ ਨੂੰ ਕੋਈ ਅਲਟੀਮੇਟ ਰੱਬ ਨਹੀਂ ਸਮਝਦਾ। ਮੇਰੀ ਬੇਸਿਕ ਸਰਚ ਇਹ ਹੈ। ਨਾ ਉਹ ਆਪ ਸਮਝਦਾ ਸੀ। ਨਾ ਆਪ ਸਮਝਦਾ ਸੀ। ਅੱਛਾ, ਬਲਕਿ ਉਹਦੀ ਧੀ ਨੇ ਕਿਹਾ ਵੀ ਤੁਸੀਂ ਤੇ ਮਾਰ ਦਿੱਤਾ ਹੈ ਉਹਨੂੰ। ਹਾਂ ਬਿਲਕੁਲ। ਅੱਛਾ, ਐਨੀਵੇਜ਼ ਮੇਰੀ ਸਰਚ ਇਹ ਹੈਗੀ ਹੈ ਕਿ ਜਿਹੜੀ ਇਨਸਾਨ ਜਿਹੜੀ ਸੋਸ਼ਲ ਥਿੰਕਿੰਗ ਹੈ,
ਸਾਰੀ ਜਿਹੜੀ ਉਹਦੇ ਜਿੰਨੀਆਂ ਵੀ ਚੀਜ਼ਾਂ ਚੋਂ ਆਪਣੇ ਆਪ ਨੂੰ ਜ਼ਾਹਰ ਕਰਦੀ ਹੈ ਜਾਂ ਜਿੰਨੇ ਵੀ ਸਬਜੈਕਟਸ ਚੋਂ ਆਪਣੇ ਜ਼ਾਹਰ ਕਰਦੀ ਹੈ, ਕਿਆ ਉਹਦੀ ਅਸੀਂ ਸਾਇੰਟੀਫਿਕ ਬੁਨਿਆਦ ਜਿਹੜੀ ਹੈ ਉਹ ਤਾਂ ਹੀ ਡਿਟਰਮਨ ਕਰ ਸਕਨੇ ਹਾਂ ਜੇ ਅਸੀਂ ਕੌਨਸ਼ੀਅਸਨੈਸ ਨੂੰ ਇੱਕ ਮਟੀਰੀਅਲ ਮੈਜਰੇਬਲ ਫਿਨੋਮੇਨਾ ਦੇ ਤੌਰ ਤੇ ਸਾਬਤ ਕਰ ਸਕੀਏ ਤੇ, ਯਾਨੀ ਮੈਜਰੇਬਲ ਬੇਸਿਕਲੀ, ਕਿਉਂਕਿ ਅਗਰ ਅਸੀਂ ਮੈਜਰ ਹੀ ਨਹੀਂ ਕਰ ਸਕਦੇ ਤੇ ਅਗਰ ਅਸੀਂ ਉਹਦੇ ਜਿਹੜੇ ਉਹ ਵੈਰੀਫਾਏਬਲ ਜਾਂ ਵੈਰੀਫਾਏਬਲ ਕੋਈ ਗੱਲ ਕਰ ਨਹੀਂ ਸਕਦੇ ਤੇ ਫਿਰ ਤੇ ਸਪੈਕੂਲੇਸ਼ਨ ਹੈ ਨਾ, ਤੁਸੀਂ ਆਪਣੀ ਕਰ ਲਓ ਮੈਂ ਆਪਣੀ ਕਰ ਲਾਂਗਾ। ਤੇ ਮੈਂ ਸਾਇੰਸ ਦੇ ਇਹਨਾਂ ਪਹਿਲੂਆਂ 'ਚ ਇਸ ਲਈ ਇੰਟਰਸਟਿਡ ਹਾਂ ਕਿ ਇਹ ਇੱਕ ਮੈਜਰੇਬਲ ਇਨਸਾਨੀ ਜਿਹੜੀ ਸੁਰਤ ਹੈ, ਸ਼ਊਰ ਜਿਹੜਾ ਹੈਗਾ ਹੈ, ਉਸ ਮੈਦਾਨ ਨੂੰ ਐਕਸਪਲੋਰ ਕਰ ਰਹੀਆਂ ਨੇ, ਔਰ ਮੈਂ ਇਹ ਦੇਖਣਾ ਚਾਹੁੰਦਾ ਹਾਂ ਕਿ ਉਹ ਕਿਸ ਹੱਦ ਤੱਕ ਕਰ ਚੁੱਕੀਆਂ ਨੇ ਔਰ ਉਹ ਤੋਂ ਅਸੀਂ ਕੀ ਨਤੀਜਾ ਕੱਢੀਏ। ਪਰ ਉਹ ਜਿਹੜਾ ਕੰਮ ਹੈ ਨਾ, ਇਹ ਜਿਹੜਾ ਪੇਪਰ ਤੁਸੀਂ ਸ਼ੇਅਰ ਕੀਤਾ ਸਾਡੇ ਨਾਲ, ਉਸ ਤੇ ਉਹਨਾਂ ਨੇ ਬਹੁਤ ਮਤਲਬ ਕਲੀਅਰਲੀ ਦੱਸਿਆ ਹੈ ਕਿ ਦੇਖੋ ਨਾ ਜੀ, ਉਹਨਾਂ ਨੇ ਨਿਊਰੋਨਸ ਦੇ ਸਟਰਕਚਰ ਨੂੰ ਬਹੁਤ ਹੱਦ ਤੱਕ ਸਮਝ ਲਿਆ, ਉਹਨੇ ਉਹਦੇ ਕੰਪੋਨੈਂਟਸ ਪਾਰਟਸ ਨੂੰ ਸਮਝ ਲਿਆ, ਉਹਨੇ ਕੋਈ ਜਿਹੜੀ ਇਨਸਾਨ ਦੀ ਬ੍ਰੇਨ ਦੇ ਫੰਕਸ਼ਨਸ ਹੈ, ਮੈਮਰੀ ਦੇ ਤੇ ਕੌਨਸ਼ੀਅਸਨੈਸ ਤੇ ਕੋਗਨੀਟਿਵ ਐਬਿਲਿਟੀਜ਼, ਉਹਨੂੰ ਸਮਝ ਲਿਆ ਕਿ ਕੌਣ ਸੀ ਚੀਜ਼ ਕਿੱਥੇ ਹੁੰਦੀ ਹੈ। ਕਿਉਂਕਿ ਉਹ ਜਦੋਂ ਐਨਸਥੀਸੀਆ ਦਿੰਦੇ ਨੇ, ਔਰ ਵੀ ਉਹਨੇ ਚੀਜ਼ਾਂ ਕਹੀਆਂ, ਉਹਨੇ ਕਿਹਾ ਜੀ ਤੁਸੀਂ ਘੋੜੇ ਲਈ ਜਾਂ ਬੱਕਰੀ ਲਈ, ਇਨਸਾਨ ਲਈ ਇੱਕੋ ਹੀ ਤਾਦਾਦ ਦੀ ਲੋੜ ਹੈ ਗੈਸਿਸ ਦੀ ਇਨ ਐਨਸਥੀਸੀਆ ਲਈ। ਇਹ ਨਹੀਂ ਹੁੰਦਾ ਕਿ ਇੱਕ ਵੱਡੇ ਜਾਨਵਰ ਨੂੰ ਕੰਮ ਜ਼ਿਆਦਾ ਚਾਹੀਦੀ ਹੁੰਦੀ ਹੈ, ਛੋਟੇ ਜਾਨਵਰ ਨੂੰ ਘੱਟ। ਤੇ ਬਹੁਤ ਇਸ ਕਿਸਮ ਦੀ ਉਹਨਾਂ ਨੇ ਮਤਲਬ ਚੀਜ਼ਾਂ ਆਲਰੇਡੀ ਐਸਟੈਬਲਿਸ਼ ਕਰ ਲਿੱਤੀਆਂ ਜਿਹੜੀ ਮੈਜ਼ਰੇਬਲ ਹੈ, ਪਰ ਉਸ ਲੈਵਲ ਤੱਕ ਨਹੀਂ ਹੋਇਆ ਕਿ ਤੁਸੀਂ ਉਹ ਜੀ ਕੌਨਸ਼ੀਅਸਨੈਸ ਨੂੰ ਇੱਕ ਮੈਜ਼ਰੇਬਲ ਚੀਜ਼ ਬਣਾ ਕੇ ਤੇ ਉਸ ਤਰ੍ਹਾਂ ਕਰੀਏ। ਤੇ ਉਹ ਫਿਲਹਾਲ ਵਰਕ ਇਨ ਪ੍ਰੋਗਰੈਸ ਹੈ। ਹਾਂ, ਮੈਂ ਤੇ ਉਹ ਜਿਹੜਾ ਵਰਕ ਇਨ ਪ੍ਰੋਗਰੈਸ ਹੈ, ਉਸ ਜਿਹੜਾ ਪ੍ਰੋਸੈਸ ਆਫ ਜਿਹੜਾ ਚੱਲ ਰਿਹਾ ਹੈ ਸਮਝਣ ਦਾ, ਮੈਂ ਤੇ ਉਹਨੂੰ ਫਾਲੋ ਕਰਨਾ ਹੈ ਤਾਂ ਕਿ ਉਹਦੇ ਨਾਲ ਫਿਰ ਜਿਹੜੀਆਂ ਬਹੁਤ ਸਾਰੀਆਂ ਸੋਸ਼ਲ ਸਾਇੰਸਿਸ ਦੀਆਂ ਤੇ ਲਿਟਰੇਚਰ ਦੀਆਂ ਤੇ ਬਾਕੀ ਜਿਹੜੀਆਂ ਥਿਊਰੀਜ਼ ਨੇ, ਉਹਨਾਂ ਨੂੰ ਫਿਰ ਸਮਝਿਆ ਜਾ ਸਕਦਾ ਹੈ। ਹਾਂਜੀ, ਤੇ ਫਿਜ਼ਿਕਸ ਵਿੱਚ ਫਿਲਹਾਲ ਇਹ ਉਸ ਹੱਦ ਤੱਕ ਨਹੀਂ ਪਹੁੰਚੀ। ਮਤਲਬ ਇਹ ਤੇ ਪੈਨਰੋਜ਼ ਤੇ ਦੂਸਰੇ ਲੋਕੀ ਜਿਹੜੇ ਇਸ ਤੇ ਸੈਮੀਨਲ ਕੰਮ ਕਰ ਰਹੇ ਨੇ, ਉਹਨਾਂ ਨੇ ਵੀ ਫਿਲਹਾਲ ਕਿਹਾ ਕਿ ਜੀ ਫਿਰ ਮਤਲਬ ਕੁਆਂਟਮ ਫਿਜ਼ਿਕਸ ਵਿੱਚ ਉਹਨਾਂ ਨੇ ਸ਼ੁਰੂ ਵਿੱਚ ਜਨਰਲ ਥਿਊਰੀ ਆਫ ਰਿਲੇਟਿਵਿਟੀ ਦੇ ਕਨਸੈਪਟਸ ਨੂੰ ਨਹੀਂ ਇਨਕਲੂਡ ਕੀਤਾ ਸੀ, ਉਹਨੇ ਇਨਕਲੂਡ ਕੀਤਾ ਹੈ। ਉਹ ਕਹਿੰਦਾ ਹੈ ਕਿ ਇਸ ਤਰ੍ਹਾਂ ਅਸੀਂ ਹੋਰ ਚੀਜ਼ਾਂ ਡਿਫਾਈਨ ਕਰ ਸਕਦੇ ਹਾਂ, ਅਗਰ ਗ੍ਰੈਵਿਟੇਸ਼ਨਲ ਦਾ ਵੀ ਰੋਲ ਹੈ ਐਲੀਮੈਂਟਰੀ ਪਾਰਟੀਕਲਸ ਵਿੱਚ। ਤੇ ਮਤਲਬ ਇਹ ਫਿਲਹਾਲ ਇਹ ਬੇਸਿਕ ਰਿਸਰਚ ਦੇ ਲੈਵਲ ਤੇ ਹੈ, ਤੇ ਉਹਨਾਂ ਨੇ ਪ੍ਰੋਗਰੈਸ ਕੀ ਹੈ, ਥਿਊਰੀਆਂ ਬਣਾ ਰਹੇ ਹਨ ਉਸ ਫੈਕਟਸ ਤੇ ਜਿਹੜੇ ਉਹਨੇ ਆਲਰੇਡੀ ਉਹਨਾਂ ਨੂੰ ਪਤਾ ਹੈ। ਤੇ ਇਹਦੇ ਲਈ ਫਿਲਹਾਲ ਤੇ ਨਹੀਂ ਤੁਸੀਂ ਕਹਿ ਸਕਦੇ ਕਿ ਉਸ ਥਾਂ ਤੇ ਪਹੁੰਚ ਗਈ ਹੈ ਕਿ ਤੁਸੀਂ ਡੈਫੀਨਿਟਿਵ ਚੀਜ਼ ਕਹੋ, ਪਰ ਬੜੀ ਪ੍ਰੋਮਿਸਿੰਗ ਕੰਮ ਹੈ, ਬਹੁਤ ਪ੍ਰੋਮਿਸਿੰਗ। ਨਹੀਂ, ਮਤਲਬ ਇਹ ਨਾ, ਇਹਦਾ ਉਲਟ ਇਹ ਹੈ, ਇਹਦਾ ਉਲਟ ਦੇਖ ਲਈਏ ਨਾ, ਇਹਦਾ ਉਲਟ ਇਹ ਹੈ ਕਿ ਅਸੀਂ ਕਿਸੇ ਮੈਟਾਫਿਜ਼ੀਕਲ ਐਂਟੀਟੀ ਨੂੰ ਇਹ ਸਾਰੇ ਦਾ ਸਬਬ ਬਣਾਈਏ, ਰੱਬ ਨੂੰ ਬਣਾ ਲਓ ਤੁਸੀਂ। ਹਾਂਜੀ, ਰੱਬ ਨੂੰ ਇਹ ਸਾਰੀ ਗੱਲਬਾਤ ਦਾ ਬਣਾ ਲਓ, ਮੁੱਢ ਬਣਾ ਲਓ, ਜਾਂ ਤੁਸੀਂ ਇਹ ਕਹੋ ਕਿ ਫਿਜ਼ੀਕਲ ਫਿਨੋਮੇਨਾ ਹੈ ਜਿਹੜਾ ਕਿ ਐਕਸਪਲੋਰ ਹੋ ਰਿਹਾ। ਮਸਲੇ ਇਹਦੇ 'ਚ ਕਈ ਜਿਹੜੇ ਨਾ ਆਬੂ ਜੀ ਉਹ ਜ਼ਾਤੀ ਸਵਾਲ ਵੀ ਹੈਗੇ ਨੇ। ਜੀ ਮੈਂ ਮਸਲਨ ਜ਼ਾਤੀ ਸਵਾਲ ਤੁਹਾਨੂੰ ਇੱਕ ਦੱਸਣਾ ਹੈ। ਉਹ ਮੈਂ ਤੁਹਾਨੂੰ ਦੱਸਣਾ ਹੈ ਕਿ ਜਿਹੜੀ ਸ਼ੇਅਰ ਲਿਖਣ ਦੀ ਕੈਫੀਅਤ ਹੈ ਨਾ, ਜੀ ਜਦੋਂ ਤੁਸੀਂ ਸ਼ੇਅਰ ਲਿਖਦੇ ਹੋ, ਸ਼ੇਅਰ ਲਿਖਣ ਦੇ ਵਿੱਚ ਜਿਹੜੀ ਲਫ਼ਜ਼ਾਂ ਦੀ ਜੋੜ ਹੈ, ਲਫ਼ਜ਼ਾਂ ਦੀ ਜਿਹੜੀ ਐਸੋਸੀਏਸ਼ਨ ਹੈ, ਉਹ ਬਿਲਕੁਲ ਬਦਲ ਜਾਂਦੀ ਹੈ ਉਸ ਤੋਂ ਜਦੋਂ ਤੁਸੀਂ ਹਿਸਟਰੀ ਆਫ ਫਿਲਾਸਫੀ ਲਿਖ ਰਹੇ ਹੋ ਜਾਂ ਤੁਸੀਂ ਹਿਸਟਰੀ ਲਿਖ ਰਹੇ ਹੋ। ਮਤਲਬ ਉਹਦੇ ਵਿੱਚ ਇੱਕ ਤਰ੍ਹਾਂ ਦੀ ਹੋਰ ਲਾਜਿਕ ਹੈ
ਔਰ ਜਿਹੜੀ ਸ਼ਾਇਰੀ ਲਿਖਣ ਵੇਲੇ ਜਿਹੜੀ ਲਾਜਕ ਜ਼ੇਨ ਚ ਆਉਂਦੀ ਹੈ, ਜਿਹਨੂੰ ਐਕਸਪਲੇਨ ਨਹੀਂ ਮੈਂ ਕਰ ਪਾਉਂਦਾ, ਉਹ ਜਿਹੜੀ ਹੈ ਉਹ ਮਤਲਬ ਇਸ ਪ੍ਰੋਸੈਸ ਦੇ ਵਿੱਚ ਉਹਨੂੰ ਕਿਵੇਂ ਐਕਸਪਲੇਨ ਹੋਏਗੀ, ਇਹ ਮੈਂ ਦੇਖ ਰਿਹਾ, ਇਹ ਵੀ ਦੇਖ ਰਿਹਾ ਮਤਲਬ। ਹਾਂਜੀ, ਦੇਖੋ ਨਾ, ਉਹ ਤੁਹਾਡੇ ਪੇਪਰ ਵਿੱਚ ਵੀ ਜਿਹੜਾ ਤੁਸੀਂ ਸ਼ੇਅਰ ਕੀਤਾ ਹੈ, ਉਹ ਕਹਿੰਦਾ ਹੈ ਕਿ ਮੈਂ ਨੋਮ ਚੋਮਸਕੀ ਨਾਲ ਇਸ ਚੀਜ਼ ਤੇ ਵੀ ਕੰਮ ਕਰ ਰਿਹਾ ਕਿ ਲੈਂਗੁਏਜ ਨੂੰ ਕਿਸ ਤਰ੍ਹਾਂ ਮੈਪ ਕਰੀਏ ਬ੍ਰੇਨ ਫੰਕਸ਼ਨਸ ਤੇ ਜੀ। ਇਸ ਤਰ੍ਹਾਂ ਲੈਂਗੁਏਜ, ਉਹ ਇਹ ਸਾਰੇ ਜਿਹੜੇ ਕੰਮ ਹੈ ਨਾ, ਮੈਨੂੰ ਤੇ ਸਭ ਤੋਂ ਐਕਸਾਈਟਿੰਗ ਇਹ ਲੱਗਦਾ ਹੈ ਕਿ ਫਿਜ਼ਿਸਿਸਟ ਜਿਹੜੇ ਨੇ ਉਹ ਇਹ ਪ੍ਰੋਬਲਮਸ ਨੂੰ ਐਡਰੈਸ ਕਰ ਰਹੇ ਨੇ, ਕੌਨਸ਼ੀਅਸਨੈਸ ਇਸ ਚੀਜ਼ਾਂ ਨੂੰ। ਇਹ ਮੇਰੇ ਲਈ ਬਹੁਤ ਐਕਸਾਈਟਿੰਗ ਹੈ ਕਿ ਫਿਜ਼ਿਸਿਸਟ ਨੇ ਵੀ ਇਸ ਫਾਰਮੂਲਾ ਇਹਨਾਂ ਕਨਸੈਪਟਸ ਨੂੰ ਪਹਿਚਾਨਿਆ ਹੈ ਤੇ ਹੁਣ ਉਹ ਇਹਨੇ ਪੈਨਰੋਜ਼ ਨੇ ਕਰੀਬਨ 20 ਸਾਲ ਪਹਿਲਾਂ ਕਿਤਾਬ ਲਿਖੀ ਸੀ ਰੋਡ ਟੂ ਰਿਐਲਿਟੀ। ਜੀ ਉਸ ਚੋਂ ਨੇ ਰੇਜ਼ ਇਸ਼ੂ ਕੀਤਾ ਸੀ ਕਿ ਬਈ ਸਾਨੂੰ ਇੱਕ ਨਵੀਂ ਫਿਜ਼ਿਕਸ ਦੀ ਲੋੜ ਹੈਗੀ ਆ। ਹਾਂਜੀ, ਕਿ ਕਿਉਂਕਿ ਉਦੋਂ ਇਹ ਬ੍ਰੇਨ ਐਂਡ ਕੋਗਨੀਟਿਵ ਸਾਇੰਸ ਥੋੜਾ ਡਿਵੈਲਪ ਹੋ ਰਿਹਾ ਸੀ। ਹਾਂਜੀ, ਯੂਨੀਵਰਸਿਟੀਆਂ ਕਿਸੇ ਪੜ੍ਹਾਉਣਾ ਸ਼ੁਰੂ ਹੋਇਆ ਸੀ ਕਿ ਜਿਹੜਾ ਬ੍ਰੇਨ ਨੂੰ ਐਕਸਪਲੋਰ ਕਰਨ ਲਈ ਤੇ ਕੌਨਸ਼ੀਅਸਨੈਸ ਨੂੰ ਐਕਸਪਲੋਰ ਕਰਨ ਲਈ ਸਾਨੂੰ ਨਵੀਂ ਫਿਜ਼ਿਕਸ ਚਾਹੀਦੀ ਆ। ਇਹ ਜਿਹੜੀ ਪੁਰਾਣੀ ਫਿਜ਼ਿਕਸ ਹੈ ਇਹਨੂੰ ਐਕਸਪਲੋਰ ਨਹੀਂ ਕਰ ਸਕਦੀ ਔਰ ਇਹਦੇ ਬਾਰੇ ਕੋਈ ਡੈਫੀਨਿਟਿਵ ਗੱਲ ਨਹੀਂ ਕਹਿ ਸਕਦੀ। ਤੇ ਫਿਰ ਹੁਣੇ ਮੇਰਾ ਖਿਆਲ 2 ਸਾਲ ਹੋਏ ਉਹਨੇ ਇੱਕ ਹੋਰ ਨਵੀਂ ਕਿਤਾਬ ਲਿਖੀ ਆ, ਫੈਂਟਸੀ ਕੁਛ ਇਹੋ ਜਿਹੀ, ਕੀ ਨਾਮ ਕਿਤਾਬ ਦਾ, ਫਿਜ਼ਿਕਸ, ਫੇਥ, ਫੈਂਟਸੀ ਐਂਡ ਫਿਜ਼ਿਕਸ। ਉਹਦੇ ਵਿੱਚ ਇਹ ਸਾਰੀ, ਤੇ ਉਹਦੇ ਨਾਲ ਸਟੂਅਰਟ ਹੈਮਰੌਫ ਨਾਲ ਉਹ ਇਕੱਠੇ ਕਾਫੀ ਕੰਮ ਕਰ ਰਹੇ ਆ। ਤੇ ਉਹ ਦੂਜੇ ਪਾਸੇ ਉਹ ਨਿਊਰੋ ਸਾਇੰਟਿਸਟ ਹੈਗਾ ਮਾਰਕਸ ਹੋਮਸ, ਉਹ ਵੀ ਇਸ ਬਾਰੇ ਤੇ ਕਾਫੀ ਲੋਕ ਕੰਮ ਕਰ ਰਹੇ ਆ। ਤੇ ਇੱਕ ਹੋਰ ਹੈਗਾ ਫਿਜ਼ਿਸਿਸਟ, ਉਹ ਵੀ ਨੋਬਲ ਲੌਰੀਏਟ ਹੈਗਾ, ਬ੍ਰਾਇਨ ਜੋਸਫਸਨ। ਉਹ ਹੀ ਹੈਡਸ ਦ ਕੈਵੈਂਡਿਸ਼ ਲੈਬ ਇਨ ਕੈਂਬਰਿਜ। ਉਹ ਇਸ ਤੇ ਬਹੁਤ ਚਿਰ ਤੇ ਕੰਮ ਕਰ ਰਿਹਾ, ਪਰ ਹੀ ਇਜ਼ ਬੀਨ ਵਰਕਿੰਗ ਔਨ ਕਮਿਊਨੀਕੇਟਿੰਗ ਵਿਦ ਅਦਰ ਬ੍ਰੇਨਸ। ਉਹਦਾ ਇੱਕ ਕੋਲੈਬੋਰੇਟਰ ਹੈ, ਉਹਦਾ ਇੱਕ ਲੈਬ ਹੈਗੀ ਕੋਲੈਬੋਰੇਟਰਸ ਦੀ ਪ੍ਰਿੰਸਟਨ, ਆਪ ਉਹ ਕੈਵੈਂਡਿਸ਼ ਉੱਥੇ ਲੈਬ ਚ ਹੈਗਾ। So they try to communicate long distance remote communication. ਤੇ ਉਹਦੇ ਵਿੱਚ they're finding quite a bit of success. So physicists ਕਾਫੀ ਨਵੇਂ frontiers to explore ਕਰ ਰਹੇ ਹਨ। ਹਾਂਜੀ, ਇਹ ਮੈਨੂੰ ਮੈਂ ਆਪਣਾ ਆਬਲ ਜੀ ਤੁਹਾਨੂੰ ਦੱਸਾਂ ਜੀ ਉਹ ਮੈਂ ਇੱਕ ਮਾੜੀ ਜੀ ਕਿਤਾਬ ਲਿੰਗੁਇਸਟਿਕਸ ਤੇ ਲਿਖੀ ਸੀ ਜੀ ਤੇ ਉਹਦੇ ਵਿੱਚ ਮੈਂ ਚੌਮਸਕੀ ਦਾ ਜਿਹੜਾ ਕਨਸੈਪਟ ਹੈਗਾ ਯੂਨੀਵਰਸਲ ਗ੍ਰਾਮਰ ਦਾ ਉਹਨੂੰ ਡਿਸਕਸ ਕੀਤਾ ਸੀਗਾ। ਅੱਛਾ, ਲੇਕਿਨ ਇਹ ਹੈ ਕਿ ਮੈਨੂੰ ਖੁਦ ਜ਼ਿਆਦਾ ਨਹੀਂ ਸੀ ਪਤਾ ਹੈਗਾ ਕਿ ਇਹ ਜਿਹੜੀ ਚੌਮਸਕੀ ਯੂਨੀਵਰਸਲ ਗ੍ਰਾਮਰ ਦੀ ਗੱਲ ਕਰ ਰਿਹਾ ਹੈ, ਸਭ ਜ਼ੁਬਾਨਾਂ ਦੀ ਇੱਕ ਯੂਨੀਵਰਸਲ ਗ੍ਰਾਮਰ ਹੈ ਜਿਹੜੀ ਹੈ ਜਿਹਦੇ ਨਾਲ ਸਾਰੀਆਂ ਜ਼ੁਬਾਨਾਂ ਡਿਸਾਈਫਰ ਹੋ ਜਾਣਗੀਆਂ। ਉਹ ਮੈਨੂੰ ਇਹ ਨਹੀਂ ਸੀ ਸਮਝ ਆਉਂਦੀ ਕਿ ਇਹਦੀ ਕੀ ਬੇਸ ਕੀ ਹੈਗੀ ਹੈ। ਲੇਕਿਨ ਇਹ ਹੈ ਕਿ ਜਿਹੜੀਆਂ ਅਸੀਂ ਡਿਸਕਸ਼ਨਸ ਕੀਤੀਆਂ ਨੇ ਪਿਛਲੇ 1-2 ਮਹੀਨਿਆਂ ਚੋਂ, ਹੁਣ ਮੈਨੂੰ ਘੱਟੋ ਘੱਟ ਇਹ ਸਮਝ ਆ ਗਈ ਹੈ ਕਿ ਚੌਮਸਕੀ ਜਿਹੜਾ ਹੈ ਉਹਦਾ ਹਾਈਪੋਥੇਸਿਸ ਜਿਹੜਾ ਹੈ ਉਹ ਕੇਸ ਬੁਨਿਆਦ ਦੇ ਉੱਤੇ ਬਣਿਆ ਹੈ। ਹਾਂਜੀ, ਤੇ ਬਸ ਮੈਂ ਤੇ ਜੀ ਇਸ ਲਈ ਮੈਨੂੰ ਬੜਾ ਮਤਲਬ ਇੰਟਰਸਟਿੰਗ ਲੱਗਦਾ ਹੈ ਕਿਉਂਕਿ ਜਦੋਂ ਮੈਂ ਫਿਜ਼ਿਕਸ ਪੜ੍ਹੀ ਸੀ 70s ਵਿੱਚ ਤੇ ਜਿਹੜੀ ਅੱਜ ਦੀ ਫਿਜ਼ਿਕਸ ਹੈ ਉਹ ਜ਼ਮੀਨ ਆਸਮਾਨ ਦਾ ਫਰਕ ਹੈ, ਬਹੁਤ ਜ਼ਿਆਦਾ ਫਰਕ ਹੈ। ਹਾਂ, ਤੇ ਮਤਲਬ ਬੇਸਿਕਸ ਜਦੋਂ ਹਬਲ ਇਹਨਾਂ ਨੇ ਭੇਜਿਆ ਤੇ ਉਹਨੇ ਕਿਹਾ ਕਿ ਜੀ ਭਾਈਜਾਨ ਤੁਹਾਡੀ ਇਹ ਯੂਨੀਵਰਸ ਜਿਹੜੀ ਹੈ ਸ਼ਰਿੰਕ ਨਹੀਂ ਕਰ ਰਹੀ, ਐਕਸਪੈਂਡ ਕਰ ਰਹੀ ਹੈ ਤੇ ਐਕਸਪੈਂਡ ਕਰ ਰਹੀ ਹੈ ਵਿਦ ਐਕਸਲਰੇਸ਼ਨ। ਤੇ ਫਿਜ਼ਿਸਿਸਟ ਜਿਹੜੇ ਨੇ ਨਾ ਉਹ ਬੜੇ ਕਮਾਲ ਦੇ ਲੋਕੀ, ਉਹਨਾਂ ਨੇ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਉਹ ਇੱਕ ਕਨਸਟੈਂਟ ਬਣਾ ਦਿੰਦੇ ਨੇ। ਉਹਨੇ ਕਿਹਾ ਜੀ ਇਹ ਹੁਣ ਕੀ ਕਰੀਏ, ਤੇ ਕਹਿੰਦਾ ਕਿ ਹਬਲ ਕੇ ਵੇਖੋ ਜੀ ਹੈ ਤੇ ਬਿਲਕੁਲ ਹੀ ਦੂਸਰਾ ਚੀਜ਼ ਹੋ ਰਹੀ ਹੈ। ਤੇ ਉਹਨੇ ਕਨਸਟੈਂਟ ਨੂੰ ਜਿਹੜਾ ਚੇਂਜ ਕਰਕੇ ਨਾ ਉਹਨੇ ਕਿਹਾ ਜੀ ਜਿਹੜੀ ਮੈਟਰ ਹੈ ਨਾ ਅਸੀਂ ਇਸ ਤਰ੍ਹਾਂ ਐਕਸਪਲੇਨ ਕਰ ਸਕਦੇ ਹਾਂ ਕਿ ਜਿਹੜਾ ਮੈਟਰ ਅਸੀਂ ਵੇਖਦੇ ਨਾ ਉਹ ਸਿਰਫ 10% ਹੈ ਉਸ ਮੈਟਰ ਦਾ ਜਿਹਦੀ ਲੋੜ ਹੈ
ਕਿਉਂ ਕਿ ਐਕਸਪਲੇਨ ਕਰੇ ਕਿ ਕਿਉਂ ਯੂਨੀਵਰਸ ਇਸ ਤਰ੍ਹਾਂ ਐਕਸਪੈਂਡ ਹੋ ਰਹੀ ਹੈ ਵਿਦ ਐਕਸਲਰੇਸ਼ਨ। ਤੇ ਉਹ ਸਾਰੀ ਜਿਹੜੀ ਨਿਊ ਆਬਜ਼ਰਵੇਸ਼ਨਸ ਹੈ ਨਾ, ਉਸ ਤੋਂ ਫਿਜ਼ਿਕਸ ਦੀ ਜਿਹੜੀ ਫੋਕਸ ਹੈ ਨਾ ਉਹ ਬਿਲਕੁਲ ਬਦਲ ਗਈ। ਤੇ ਬਹੁਤ ਸਾਰਾ ਕੰਮ ਜਿਹੜਾ ਹੋ ਰਿਹਾ ਹੈ, ਜਦੋਂ ਤੁਸੀਂ ਦੋਵਾਂ ਨੇ ਗੱਲ ਕੀਤੀ ਹੈ, ਇਹ ਉਹ ਸਾਰੀ ਮੈਨੂੰ ਤੇ ਲੱਗਦਾ ਹੈ ਕਿ ਇਹ ਕਨਵਰਜੈਂਸ ਹੋ ਰਹੀ ਹੈ ਫਿਰ ਸਪਿਰਿਚੁਅਲਿਟੀ ਦੀ ਤੇ ਫਿਜ਼ਿਕਸ ਦੀ ਤੇ ਇਸ ਤੇ ਮਤਲਬ 200 ਸਾਲ ਹੋਏ ਵੀ 150 ਸਾਲ ਹੋਏ ਵੀ ਫਿਜ਼ਿਸਿਸਟ ਗੱਲ ਤੇ ਕਰਦੇ ਸੀ, ਪਰ ਉਹ ਐਵੇਂ ਗੱਲ ਕਰਦੇ ਸੀ ਸਾਈਡ ਤੇ, ਉਹਨਾਂ ਦੇ ਪਰਸਨਲ ਵਿਊ ਸੀ। ਹੁਣ ਬੇਸਿਕ ਰਿਸਰਚ ਦਾ ਫੋਕਸ ਹੈ ਫਿਜ਼ਿਕਸ ਦਾ, ਮਤਲਬ ਇਟਸ ਫੰਡਡ ਰਿਸਰਚ ਨਾਓ। ਤੇ ਇਹ ਤੇ ਮੇਰੇ ਲਈ ਬਹੁਤ ਮਤਲਬ ਐਕਸਾਈਟਿੰਗ ਚੀਜ਼ ਹੈ ਕਿ ਫਿਜ਼ਿਸਿਸਟ ਵੀ ਇਸ ਫਿਨੋਮੇਨਾ ਨੂੰ ਜਿਹੜੀ ਬੇਸਿਕਲੀ ਰੈਲਮ ਸੀ ਫਿਲਾਸਫਰਸ ਦੀ ਤੇ ਮਜ਼ਹਬ ਦੀ ਤੇ ਸਾਰੀ ਚੀਜ਼ਾਂ ਨਹੀਂ, ਇਹ ਉਹਨਾਂ ਨੇ ਵੀ ਐਡਰੈਸ ਕਰਨਾ ਸ਼ੁਰੂ ਕੀਤਾ। ਨਹੀਂ ਮਤਲਬ ਇੰਜ ਅਸੀਂ ਕਹਿ ਸਕਦੇ ਹਾਂ ਨਾ ਕਿ ਜਿਵੇਂ ਜਿਹੜਾ ਆਇਨਸਟਾਈਨ ਹੈ ਉਹਨੂੰ ਇੰਟੂਟਿਵ ਲੈਵਲ ਤੇ ਉਹ ਆਪਣਾ ਯੂਨਾਈਟਿਡ ਫੀਲ ਕਰਦਾ ਸੀ ਵਿਦ ਸਪੀਨੋਜ਼ਾ। ਹਾਂਜੀ, ਲੇਕਿਨ ਉਹ ਸਪੀਨੋਜ਼ਾ ਜੋ ਕਰਦਾ ਹੈ ਤੇ ਜੋ ਆਇਨਸਟਾਈਨ ਕਰਦਾ, ਉਹਨਾਂ ਨੂੰ ਇੱਕ ਬਕਾਇਦਾ ਸਾਇੰਟੀਫਿਕ ਮੈਥਡ ਨਾਲ ਐਕਸਪਲੇਨ ਕਰਨਾ ਜਿਹੜਾ ਉਹ ਹੁਣ ਸ਼ੁਰੂ ਹੋਇਆ ਹੈ। ਹਾਂਜੀ ਬਿਲਕੁਲ ਸਹੀ ਗੱਲ ਹੈ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਹੁਣ ਇਹਨਾਂ ਨੇ ਉਹਨੂੰ ਸਾਇੰਸ ਦਾ ਇੱਕ ਹਿੱਸਾ ਬਣਾ ਲਿਆ, ਮੇਨ ਸਟ੍ਰੀਮ ਸਾਇੰਸ ਵਿੱਚ ਇਹ ਗੱਲਾਂ ਹੋ ਰਹੀਆਂ ਨੇ। ਤੇ ਮੇਰੇ ਲਈ ਮਾਰਕਸ ਵੀ ਕਹਿੰਦਾ ਨਾ ਆਪਣੀ ਨੋਟਬੁੱਕ, ਕਹਿੰਦਾ ਮੈਟਰ ਇਜ਼ ਦਾ ਮੋਸਟ ਮਿਸਟੀਰੀਅਸ ਥਿੰਗ that exists in the universe। ਹਾਂ ਬਿਲਕੁਲ 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 ਬਿਲਕੁਲ। ਮਤਲਬ ਇਹ ਹੈ ਕਿ ਉਹਦੀਆਂ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਉਦੋਂ ਦੀ ਫਿਜ਼ਿਕਸ ਤੇ ਬੇਸ ਸੀਗੀਆਂ ਨਾ, ਜਾਂ ਇੰਟੂਟਿਵ ਸਨ, ਜਿਹੜੀਆਂ ਕਿ ਹੁਣ ਲੋਕੀ ਸਾਇੰਸ ਦੇ ਜ਼ਰੀਏ ਨਾਲ ਜਿਹੜੀਆਂ ਪਹੁੰਚ ਰਹੇ ਨੇ। ਇਹ 'ਚ ਮਤਲਬ ਕੋਈ ਅੱਛੀ ਬੁਰੀ ਗੱਲ ਨਹੀਂ ਹੈਗੀ। ਆਮ ਤੌਰ ਦੇ ਉੱਤੇ ਇਨਸਾਨ ਜਿਹੜੇ ਨੇ ਉਹ ਬਹੁਤ ਪਹਿਲੇ ਕਹਾਣੀਆਂ ਬਣਾ ਲੈਂਦੇ ਨੇ ਜਿਹੜੀਆਂ ਬਾਅਦ 'ਚ ਰਿਐਲਿਟੀ ਹੁੰਦੀਆਂ ਨੇ। ਜਿਵੇਂ ਅਲਾਦੀਨ ਦਾ ਚਿਰਾਗ ਸੀ, ਤੇ ਜਿਵੇਂ ਉਹ ਜਿਹੜਾ ਉੱਡਦਾ ਸੀ ਆਪਣਾ ਕਾਰਪੇਟ, ਤੇ ਉਹ ਹੁਣ ਦੇਖੋ ਉਹ ਕਹਾਣੀ ਸੀ ਨਾ। ਤੇ ਹੁਣ ਜਿੱਕੋ ਇੰਡੀਆ 'ਚ ਕਹਿੰਦੇ ਪੁਸ਼ਪਕ ਵਿਮਾਨ। ਆਹੋ, ਤੇ ਇਹ ਹੈ ਕਿ ਇਨਸਾਨ ਨੇ ਉਹ ਜਹਾਜ਼ ਬਣਾ ਕੇ ਉੜਨਾ ਸ਼ੁਰੂ ਕਰਤਾ, ਬਲਕਿ ਜਹਾਜ਼ਾਂ ਤੋਂ ਹੀ ਅੱਗੇ ਮਿਸਾਈਲਾਂ ਤੇ ਚਲਾ ਗਿਆ। ਬਿਲਕੁਲ। ਤੇ ਮੇਰਾ ਖਿਆਲ ਹੈ ਕਿ ਜਿਹੜੀ ਇਨਸਾਨ ਕਹਾਣੀਆਂ ਘੜਦਾ ਹੈ ਉਸ ਵੇਲੇ ਉਹ ਬੇਸ਼ੱਕ ਬਹੁਤ ਮਿਸਟੀਰੀਅਸ ਲੱਗਦੀਆਂ ਨੇ, ਲੇਕਿਨ ਉਹ ਫਿਰ ਮਿਸਟਰੀ ਅੱਗੇ ਜਾ ਕੇ ਕਿਸੇ ਨਾ ਕਿਸੇ ਖੁੱਲ ਜਾਂਦੀ ਹੈ। ਜੀ। ਮਨਜ਼ੂਰ, ਮੈਂ ਕਹਾਂਗਾ ਕਿ ਸਾਡੀ ਜ਼ਿੰਦਗੀ 'ਚ ਤੁਹਾਨੂੰ ਡੈਫੀਨਿਟਿਵ ਫਿਜ਼ਿਕਸ ਸ਼ਾਇਦ ਇਹ ਆਨਸਰਸ ਨਾ ਦੇ ਸਕੇ, ਪਰ ਇੰਨਾ ਕੰਮ ਜ਼ਰੂਰ ਹੋਇਆ ਹੈ ਕਿ ਮੈਂ ਤੇ ਬਹੁਤ ਤੁਹਾਨੂੰ ਇਨਕਰੇਜ ਕਰਾਂਗਾ ਕਿ ਇਸ ਸਬਜੈਕਟ ਤੇ ਜਿਹੜੀ ਤੁਹਾਡੀ ਥਿੰਕਿੰਗ ਹੈ ਉਹਨੂੰ ਤੁਸੀਂ ਜ਼ਰੂਰ ਕਿਸੇ ਤਰ੍ਹਾਂ ਫਾਰਮਲਾਈਜ਼ ਕਰਕੇ ਲਿਖੋ, ਕਿਉਂਕਿ ਇਹ ਫਾਈਨਲ ਸਟੈਪ ਤੇ ਨਹੀਂ ਹੋਏਗਾ, ਪਰ ਨਾ ਫਾਈਨਲ ਸਟੈਪ ਤਾਂ ਹੋ ਹੀ ਨਹੀਂ ਸਕਦਾ। ਹਾਂ, ਤੇ ਪਰ ਕੰਟਰੀਬਿਊਸ਼ਨ ਇਹਨੇ ਬੜੀ ਕਰਨੀ ਹੈ। ਮਤਲਬ ਨਹੀਂ ਦੇਖੋ, ਜਿਹੜੀ ਇੰਨੇ ਮਹੀਨਿਆਂ ਤੋਂ ਇੰਨੇ ਸਾਲਾਂ ਤੋਂ ਇਹਦੇ ਪਿੱਛੇ ਪਿਆ, ਤੇ ਉਹ ਜਦੋਂ ਮੈਂ ਸਟੇਜ ਤੇ ਪਹੁੰਚ ਜਾਵਾਂਗਾ ਕਿ ਹਾਂ ਹੁਣ ਆਹੋ ਕੁਝ ਲਿਖਣ ਕਾਬਲ ਹੋ ਗਏ ਤੇ ਫਿਰ ਲਿਖਾਂਗੇ ਉਹਦੇ ਤੇ। ਹਾਂ, ਪਰ ਤੁਸੀਂ ਫਿਲਹਾਲ ਜਿਹੜਾ ਕੰਮ ਕਰ ਰਹੇ ਹੋ ਨਾ, ਕਿ ਮੈਨੂੰ ਵੀ ਕੋਈ ਤੁਸੀਂ ਟਾਸਕ ਦਿੰਦੇ ਹੋ, ਔਰਾਂ ਨੂੰ ਵੀ, ਇਹ ਤੁਸੀਂ ਕੰਮ ਆਪਣਾ ਜਾਰੀ ਰੱਖੋ ਤਾਂ ਕਿ ਤੁਸੀਂ ਉਸ ਇਹ ਤਾਂ ਜਾਰੀ ਰੱਖਣਾ ਹੀ ਹੈ। ਹਾਂ, ਤੁਸੀਂ ਉੱਥੇ ਪਹੁੰਚ ਜਾਓ ਕਿ ਤੁਸੀਂ ਇਹ ਲਿਖੋ ਫਿਰ। ਹਾਂ ਨਹੀਂ, ਲਿਖਾਂਗੇ। ਅੱਛਾ, ਉਹ ਜਦੋਂ ਲਿਖਣ ਦਾ ਮੌਕਾ ਆਇਆ ਨਾ ਆਬਦ, ਤੇ ਉਦੋਂ ਤੋਂ 2 ਮਹੀਨਿਆਂ 'ਚ ਲਿਖਿਆ ਜਾਣਾ ਹੈ। ਇਹ ਤੇ ਸਮਝਣ ਦੀ ਗੱਲ ਹੈ ਨਾ ਅਜੇ ਤੇ। ਬਿਲਕੁਲ ਲਿਖਣ ਦਾ ਤਾਂ ਮਸਲਾ ਇੰਨਾ ਹੈ ਨਹੀਂ ਕਿਉਂਕਿ ਲਿਖਣਾ ਤੇ ਮਾੜਾ ਮੋਟਾ ਸਾਨੂੰ ਹੁੰਦਾ ਹੀ ਹੈ। ਤੇ ਲਿਖਣ ਤੋਂ ਤਾਂ ਇਹਨਾਂ ਨੇ ਟਲਣਾ ਨਹੀਂ, ਕਹਿੰਦੇ ਚੋਰ ਚੋਰੀ ਛੱਡਦੇ, ਹੇਰਾ ਫੇਰੀ ਨਹੀਂ ਛੱਡਦੇ। ਮੈਨੂੰ ਵੀ ਹੁਣ ਇੰਝ ਹੀ ਲੱਗਦਾ ਹੈ। ਇਸ ਕਰਕੇ ਇਹ ਜਿਹੜੀ ਆਪਣੀ ਡਿਸਕਸ਼ਨ ਹੈ ਐਕਸਪਲੋਰੇਸ਼ਨ ਦੀ ਬਹੁਤ ਵਧੀਆ ਹੈਗੀ ਹੈ। ਹਾਂਜੀ
ਸਰ ਜੀ ਬੜਾ ਇੰਜੋਏਬਲ ਹੈ, ਮੈਂ ਤੇ ਬਹੁਤ ਅਪਰੀਸ਼ੀਏਟ ਕਰਨਾ ਹੈ ਕਿ ਤੁਸੀਂ ਮੈਨੂੰ ਇਨਕਲੂਡ ਕਰ ਦਿਓ ਇਸ ਡਿਸਕਸ਼ਨ ਵਿੱਚ, ਤੇ ਮੈਨੂੰ ਵੀ ਇੰਪਟਸ ਮਿਲਦਾ ਹੈ ਕਿ ਹੋਰ ਮੈਂ ਪੜ੍ਹਾਂ ਲਿਖਾਂ ਇਸ ਤੇ। ਹਾਂਜੀ ਨਹੀਂ ਠੀਕ ਹੈ ਸਰ, ਬਸ ਇਹ ਕਿ ਜਾਰੀ ਰੱਖिए। ओके, अगली बार मिलते हैं फिर। ऑलराइट, ओके, चंगा। अच्छा जी नूर रब साहब, रखा डॉक्टर साहब, रब रखा जी, बहुत रब बहुत रखा शुक्रिया सारे दोस्तों का जी, ढेर सारा सिक्ख्या तुहाडे कोलों। अच्छा जी नूर साहब, ओके सर जी। ओके जी।